ਸ਼ਮਸ਼ਾਨ ਘਾਟਾਂ ਤੇ ਦਰਿਆਵਾਂ ਦੇ ਕੰਢਿਆਂ ਤੇ ਸ਼ਹਿਰਾਂ ਦੀਆਂ ਸ਼ਮਸ਼ਾਨਾਂ ਵਿੱਚ ਤੇ ਹਰ ਜਗ੍ਹਾ ਤੇ ਹਸਪਤਾਲਾਂ ਦੇ ਵਾਰਡਾਂ ਦੇ ਵਿੱਚ ਮਰੀਜ਼ਾਂ ਦੀ ਤੇ ਮ੍ਰਿਤਕਾਂ ਦੀ ਗਿਣਤੀ ਦਾ ਕੋਈ ਹਿਸਾਬ ਕਿਤਾਬ ਨਹੀਂ ਰਿਹਾ। ਜਾਂ ਅਸੀਂ ਸਿਸਟਮ ਹੀ ਨਹੀਂ ਬਣਾ ਸਕੇ ਤੇ ਫਿਰ ਗੱਲਾਂ ਅਸੀਂ ਬਹੁਤੀਆਂ ਕਰਨੀਆਂ, ਅਸੀਂ ਤੇ ਵਿਸ਼ਵ ਗੁਰੂ ਬਣਾਉਣ ਚੱਲੇ ਹੋਏ ਆ ਭਾਰਤ ਨੂੰ। ਜੇ ਤੁਹਾਡੇ ਕੋਲ ਲੋਕਾਂ ਦੇ ਲਾਉਣ ਵਾਸਤੇ ਟੀਕੇ ਨਹੀਂ ਤੇ ਤੁਸੀਂ ਲੋਕਾਂ ਨੂੰ ਵਾਪਸ ਮੋੜ ਰਹੇ ਹੋ ਤੇ ਤੁਸੀਂ ਇਹ ਕਾਲਰ ਟਿਊਨ ਕਿਉਂ ਸੁਣਾ ਰਹੇ? ਜੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਟੀਕੇ ਨਹੀਂ ਬਣ ਰਹੇ ਜਾਂ ਨਹੀਂ ਲੱਗ ਰਹੇ ਤੇ ਫਿਰ ਅਸੀਂ ਫਾਹਾ ਲਾ ਲਈਏ। ਕਿਉਂਕਿ ਕਿਸਾਨਾਂ ਨੂੰ ਪੂਰੀ ਆਸ ਸੀ ਕਿ ਪੱਛਮੀ ਬੰਗਾਲ ਦੀ ਇਲੈਕਸ਼ਨ ਤੋਂ ਬਾਅਦ ਮੂਧੇ ਮੂੰਹ ਜਦੋਂ ਬੀਜੇਪੀ ਡਿੱਗੂਗੀ ਤੇ ਸਾਡੇ ਨਾਲ ਗੱਲ ਕਰੂਗੀ, ਪਰ ਬੜੀ ਇਹ ਢੀਠ ਚਮੜੀ ਦੇ ਬਣੇ ਹੋਏ ਲੋਕ ਆ। ਇਹਨਾਂ ਨੇ ਯੂਪੀ 'ਚ ਵੀ ਮਾਰ ਖਾਧੀ, ਬੰਗਾਲ 'ਚ ਵੀ ਮਾਰ ਖਾਧੀ, ਤੇ ਪਰ ਫਿਰ ਵੀ ਕਿਸਾਨਾਂ ਦੇ ਨਾਲ ਹਜੇ ਤੱਕ ਜਿਹੜੀ ਗੱਲਬਾਤ ਜਾਰੀ ਨਹੀਂ ਹੋਈ ਹੈਗੀ। ਨਵਜੋਤ ਸਿੱਧੂ ਨੇ ਦੱਸਿਆ ਜਾਂਦਾ ਹੈ ਕਿ ਅਤਰਖਾ ਤੇ ਮੀਟਿੰਗਾਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿਸੇ ਨੂੰ ਕਿ ਮੇਰਾ ਤੇ ਵਾਅਦਾ ਹੈ ਗਾਂਧੀ ਫੈਮਿਲੀ ਦੇ ਨਾਲ, ਮੈਂ ਕਾਂਗਰਸ ਪਾਰਟੀ ਨੂੰ ਛੱਡ ਕੇ ਕਿਤੇ ਨਹੀਂ ਜਾ ਰਿਹਾ। ਕਿਉਂਕਿ ਬਹੁਤੇ ਲੋਕ ਉਮੀਦ ਲਾਈ ਬੈਠੇ ਸਨ ਕਿ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੱਧੂ ਵਾਸਤੇ ਹੁਣ ਕੋਈ ਜਗ੍ਹਾ ਨਹੀਂ। ਤੇ ਨਵਜੋਤ ਸਿੱਧੂ ਜਦੋਂ ਤੋਂ ਸਿੱਧੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਵੱਲ ਤੇ ਉਹ ਪਿੱਛੇ ਨਹੀਂ ਹਟ ਰਹੇ। ਇਹ ਵੀ ਗੱਲਬਾਤ ਵਿੱਚੋਂ ਸਾਹਮਣੇ ਆਈ ਹੈ ਕਿ ਕੈਪਟਨ ਸਾਹਿਬ ਜਿਹੜੇ ਨੇ ਕੈਬਨਿਟ ਦੇ ਵਿੱਚ ਫੇਰ ਬਦਲ ਕਰ ਸਕਦੇ ਨੇ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰੋਨਾ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਤੋਂ ਇਲਾਵਾ ਪੰਜਾਬ ਦੀ ਕਾਂਗਰਸ ਦੇ ਵਿੱਚ ਜਿਹੜਾ ਕਾਟੋ ਕਲੇਸ਼ ਚੱਲ ਰਿਹਾ ਆ ਉਹਦੇ ਬਾਰੇ ਆਪਣੇ ਮਾਹਿਰਾਂ ਦੇ ਨਾਲ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟੜ ਨੇ ਕਿਸਾਨਾਂ ਸੰਬੰਧੀ ਹੁਣ ਕਿਹੜਾ ਬੇਤੁਕਾ ਜਿਹਾ ਬਿਆਨ ਦਿੱਤਾ ਆ ਉਹਦੇ ਬਾਰੇ ਵੀ ਆਪਣੇ ਮਾਹਿਰਾਂ ਦੇ ਨਾਲ ਗੱਲਬਾਤ ਕਰਾਂਗੇ। ਇਸ ਵੇਲੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਦੋ ਮਾਹਿਰ ਮਹਿਮਾਨ, ਸਰਦਾਰ ਕੁਲਦੀਪ ਸਿੰਘ ਹੀਰ ਜੀ ਤੇ ਗੁਰਨਾਮ ਸਿੰਘ ਬਿਲਗਾ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਬਿਲਗਾ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਵਲੀਨ ਜੀ, ਸਾਰੇ ਦਰਸ਼ਕਾਂ ਦਾ। ਕੁਲਦੀਪ ਜੀ, ਤੁਹਾਡੇ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਇਸ ਵੇਲੇ ਕਰੋਨਾ ਨਾਲ ਸਥਿਤੀ ਬੜੀ ਨਾਜ਼ੁਕ ਬਣੀ ਹੋਈ ਹੈ ਤੇ ਮੁਲਕ ਦੇ ਹਾਲਾਤ ਇਸ ਵੇਲੇ ਕੀ ਕਹਿ ਰਹੇ ਨੇ? ਸਵਲੀਨ ਜੀ, ਜੇ ਤੇ ਆંકੜਿਆਂ ਦੀ ਗੱਲ ਕੀਤੀ ਜਾਵੇ ਤੇ ਪਿਛਲੇ ਦਿਨਾਂ ਨਾਲੋਂ ਥੋੜਾ ਜਿਹਾ ਠਹਿਰਾਅ ਨਜ਼ਰ ਆਉਂਦਾ ਹੈ। ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਸੀ ਕਿ ਇੱਕ ਵਾਰੀ ਜਦੋਂ ਪੀਕ ਹੋਈ ਤੇ 4.25 ਲੱਖ ਨੂੰ ਸਰਕਾਰੀ ਆંકੜੇ ਦੇ ਮੁਤਾਬਕ ਕੇਸ ਜਿਹੜੇ ਸੀ ਉਹ ਉੱਪਰ ਨਿਕਲ ਗਏ ਸਨ ਤੇ ਫਿਰ ਮੌਤਾਂ ਦੀ ਗਿਣਤੀ ਤੇ ਰੌਲਾ ਰੱਪਾ ਵੀ ਪਿਆ ਤੇ 3-4 ਹਜ਼ਾਰ ਦੇ ਆਸ-ਪਾਸ ਮੌਤਾਂ ਜਿਹੜੀਆਂ ਸੀ ਰੋਜ਼ਾਨਾ ਸਰਕਾਰੀ ਆંકੜਿਆਂ ਮੁਤਾਬਕ ਦੱਸੀਆਂ ਗਈਆਂ। ਜਦਕਿ ਸ਼ਮਸ਼ਾਨ ਘਾਟਾਂ ਤੇ ਦਰਿਆਵਾਂ ਦੇ ਕੰਢਿਆਂ ਤੇ ਸ਼ਹਿਰਾਂ ਦੀਆਂ ਸ਼ਮਸ਼ਾਨਾਂ ਵਿੱਚ ਤੇ ਹਰ ਜਗ੍ਹਾ ਤੇ ਹਸਪਤਾਲਾਂ ਦੇ ਵਾਰਡਾਂ ਦੇ ਵਿੱਚ ਮਰੀਜ਼ਾਂ ਦੀ ਤੇ ਮ੍ਰਿਤਕਾਂ ਦੀ ਗਿਣਤੀ ਦਾ ਕੋਈ ਹਿਸਾਬ ਕਿਤਾਬ ਨਹੀਂ ਰਿਹਾ। ਤੇ ਹੁਣ ਜਿਵੇਂ ਕਿ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੱਸਿਆ ਸੀ ਕਿ ਭਾਰਤ ਦੀ ਇੱਕ ਮਸ਼ਹੂਰ ਵਾਇਰੋਲੋਜਿਸਟ ਹੈ ਬੀਬੀ ਡਾਕਟਰ, ਉਹਨਾਂ ਨੇ ਇੱਕ ਆંકੜਿਆਂ ਦੇ ਹਿਸਾਬ ਨਾਲ ਤੇ ਬਿਮਾਰੀ ਦੇ ਲਹਿਰ ਦੇ ਪ੍ਰਕੋਪ ਦੇ ਹਿਸਾਬ ਕਿਤਾਬ ਦੇ ਨਾਲ ਉਹਨਾਂ ਨੇ ਕੁਝ ਗੱਲਾਂ ਬਾਤਾਂ ਕੀਤੀਆਂ ਸਨ। ਉਹਨਾਂ ਚੋਂ ਇੱਕ ਦੋ ਮਾੜੀਆਂ ਸਨ, ਕੋਈ ਚੰਗੀਆਂ ਵੀ ਸਨ। ਮਾੜੀਆਂ ਇਹ ਸਨ ਕਿ ਇਹ ਲਹਿਰ ਵਾਕਿਆ ਬਹੁਤ ਖਤਰਨਾਕ ਆ ਤੇ ਭਾਰਤ ਨੂੰ ਅਜੇ ਇਸ ਨੇ ਮਧੋਲਣਾ ਹੈ ਕੋਈ ਸਮਾਂ। ਤੇ ਚੰਗੀ ਗੱਲ ਇਹ ਸੀ ਕਿ 15 ਮਈ ਦੇ ਆਸ-ਪਾਸ ਉਹਨਾਂ ਨੇ ਦੱਸਿਆ ਸੀ ਕਿ ਪੀਕ ਆਊਟ ਹੋ ਜਾਵੇਗਾ, ਭਾਵ ਇੱਕ ਵਾਰੀ ਸਿਖਰ ਤੇ ਇਸ ਨੇ ਪਹੁੰਚ ਜਾਣਾ ਹੈ ਤੇ ਫਿਰ ਉਸ ਤੋਂ ਬਾਅਦ ਇਸ ਦਾ ਗ੍ਰਾਫ ਜਾਂ ਸਟੇਬਲ ਹੋਵੇਗਾ ਤੇ ਜਾਂ ਥੱਲੇ ਨੂੰ ਆਉਣਾ ਸ਼ੁਰੂ ਹੋ ਸਕਦਾ ਹੈ। ਸੋ ਇਹ ਬੜੀ ਅਹਿਮ ਗੱਲ ਸੀ ਜਿਸ ਤੇ ਮੈਨੂੰ ਲੱਗਦਾ ਹੈ ਕਿ ਕੰਮ ਥੋੜਾ ਜਿਹਾ ਸ਼ੁਰੂ ਹੋ ਗਿਆ ਤੇ ਪਿਛਲੇ ਦਿਨਾਂ ਤੋਂ ਚੌਕੇ ਤੋਂ 4 ਲੱਖ ਤੋਂ ਘੱਟ ਕੇ ਜਿਹੜੇ ਰੋਜ਼ਾਨਾ ਨਵੇਂ ਕੇਸ ਨੇ ਉਹ 3.5 ਦੇ ਆਸ-ਪਾਸ ਆ ਗਏ ਨੇ ਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਜਿਹੜੀ ਹੈ ਉਹ ਤਕਰੀਬਨ 3.5 ਲੱਖ ਦੇ ਆਸ-ਪਾਸ ਹੋ ਗਈ ਹੈ। ਸੋ ਐਕਟਿਵ ਕੇਸ 3 ਗ੍ਰਾਫ ਬਣਦੇ ਨੇ ਰੋਜ਼ ਦੇ। ਇੱਕ ਤਾਂ ਹੁੰਦਾ ਕਿ ਐਕਟਿਵ ਜਿਹੜੇ ਨੇ ਨਵੇਂ ਕੇਸ ਕਿੰਨੇ ਨੇ, ਨਵੇਂ ਰਿਪੋਰਟਡ ਨੇ, ਤੇ ਠੀਕ ਕਿੰਨੇ ਹੋਏ ਨੇ ਤੇ ਐਕਟਿਵ ਕਿੰਨੇ ਨੇ ਤੇ ਮੌਤਾਂ ਕਿੰਨੀਆਂ ਹੋਈਆਂ। ਹੁਣ ਨਵੇਂ ਕੇਸਾਂ ਦੇ ਵਿੱਚੋਂ ਠੀਕ ਹੋਏ ਤੇ ਮੌਤਾਂ ਨੂੰ ਬਾਹਰ ਕੱਢ ਦਿਓ ਤੇ ਡੇਲੀ ਦੇ ਐਕਟਿਵ ਕੇਸਿਸ ਦਾ ਇੱਕ ਗ੍ਰਾਫ ਬਣਦਾ ਹੈ। ਉਹ ਪਿਛਲੇ 2-3 ਦਿਨਾਂ ਤੋਂ ਜਿਹੜਾ ਸਮਾਂ ਹੋਣ ਲੱਗਾ ਤੇ ਕਿਤੇ ਥੱਲੇ ਨੂੰ ਵੀ ਜਾਣ ਲੱਗਾ। ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਨੇ। ਪੰਜਾਬ ਦੇ ਵਿੱਚ ਅੱਗੇ ਨਾਲੋਂ ਫਰਕ ਥੋੜਾ ਜਿਹਾ ਪੈ ਗਿਆ। ਜੇ ਭਾਰਤ ਦੀ ਓਵਰਆਲ ਅਸੀਂ ਗੱਲ ਕਰੀਏ ਤੇ 3.5 ਲੱਖ ਦੇ ਆਸ-ਪਾਸ ਨੇ ਤੇ 4000 ਦੇ ਆਸ-ਪਾਸ ਜਿਹੜੀਆਂ ਮੌਤਾਂ ਸਰਕਾਰੀ ਆંકੜਿਆਂ ਮੁਤਾਬਕ ਦੱਸੀਆਂ ਜਾ ਰਹੀਆਂ ਨੇ। ਤੇ ਜੇ ਪੰਜਾਬ ਦੀ ਗੱਲ ਕਰੀਏ ਤੇ ਤਕਰੀਬਨ 8,500 ਨਵੇਂ ਕੇਸ ਨੇ, ਜਿਹਦੇ ਚੋਂ 82-8300 ਸਰਕਾਰ ਕਹਿੰਦੀ ਹੈ ਕਿ ਠੀਕ ਹੋ ਗਏ ਨੇ ਔਰ 200 ਦੇ ਆਸ-ਪਾਸ ਜਿਹੜੀ ਹੈ ਮੌਤ ਜਿਹੜੀ ਹੈ ਜਾਂ 185 ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੀਆਂ ਮੌਤਾਂ ਜਿਹੜੀਆਂ ਨੇ ਉਹ ਦੱਸੀਆਂ ਜਾ ਰਹੀਆਂ। ਹੁਣ ਦੁਨੀਆ ਦੇ ਵਿੱਚ ਹਾਲਾਤ ਜਿਹੋ ਜਿਹੇ ਵੀ ਹਨ ਤੇ ਭਾਰਤ ਆਪਣੇ ਤਰੀਕੇ ਨਾਲ ਉਹਨਾਂ ਨਾਲ ਜੂਝ ਰਿਹਾ। ਉਹਨਾਂ ਦੇ ਮੁਤਾਬਕ ਪੂਰੀ ਦੁਨੀਆ ਦੇ ਜਿਹੜੇ ਨਵੇਂ ਕੇਸ ਆ ਰਹੇ ਨੇ ਉਹਨਾਂ ਵਿੱਚੋਂ ਅੱਧੇ ਇਕੱਲੇ ਭਾਰਤ ਦੇ ਵਿੱਚ ਆ ਰਹੇ ਨੇ ਤੇ 30% ਮੌਤਾਂ ਵੀ ਭਾਰਤ ਵਿੱਚ ਹੋ ਰਹੀਆਂ ਨੇ।
ਇਹ ਗੱਲ ਗਲੇ ਤੋਂ ਥੱਲੇ ਉਤਰਦੀ ਨਹੀਂ, ਕਿਉਂਕਿ ਭਾਰਤ ਵਰਗਾ ਨਾਕਸ ਹੈਲਥ ਪ੍ਰਣਾਲੀ ਜਿਹੜੀ ਹੈ ਦੁਨੀਆ ਦੇ ਬਹੁਤ ਘੱਟ ਮੁਲਕਾਂ ਦੇ ਵਿੱਚ ਆ, ਖਾਸ ਤੌਰ ਤੇ ਵੱਡੇ ਮੁਲਕਾਂ ਦੇ ਵਿੱਚ, ਕਿ 30% ਜਿਹੜੇ 50% ਨੇ ਕੇਸ ਉਹ ਦੁਨੀਆ ਭਰ ਦੇ ਆਉਣ ਤੇ ਮੌਤਾਂ ਸਿਰਫ 30%। ਇਸ ਗੱਲ ਤੇ ਕਿੰਤੂ ਪ੍ਰੰਤੂ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਕਈ ਦਹਾਕਿਆਂ ਤੱਕ ਚੱਲਦਾ ਰਹੇਗਾ ਕਿ ਸੱਚਾਈ ਕੀ ਸੀ, ਤੇ ਹੋ ਸਕਦਾ ਹੈ ਕਿ ਸੱਚਾਈ ਕਦੇ ਵੀ ਸਾਡੇ ਸਾਹਮਣੇ ਨਿਕਲ ਕੇ ਨਾ ਆਵੇ। ਪਰ ਇਹ ਗੱਲ ਪੱਕੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਪਿਆਰੇ ਰਿਸ਼ਤੇਦਾਰ ਸੱਜਣ ਮਿੱਤਰ ਗਵਾ ਲਏ ਨੇ, ਔਰ ਥੋੜੀ ਉਮਰ ਵਾਲੇ ਲੋਕ ਵੀ ਜਾਣ ਲੱਗੇ ਨੇ, ਔਰ ਬਹੁਤ ਸਾਰਿਆਂ ਨੂੰ ਜਿਹੜਾ ਹੈ ਉਹਨਾਂ ਨੂੰ ਆਖਰੀ ਮੌਕੇ ਸੰਸਕਾਰ ਕਰਨ ਦਾ ਮੌਕਾ ਵੀ ਨਹੀਂ ਮਿਲ ਰਿਹਾ। ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਜਿਹੜੀ ਹੈ ਉਹ ਅੱਜ ਹੀ ਸਾਹਮਣੇ ਆਈ ਹੈ ਕਿ ਇੱਕ ਪਰਿਵਾਰ ਨੇ ਇੱਕ ਸਿਲੰਡਰ ਦੇ ਨਾਲ ਚੁੱਲ੍ਹੇ ਦੇ ਉੱਪਰ ਅੱਗ ਬਾਲ ਕੇ ਤੇ ਸਿਲੰਡਰ ਦੇ ਨਾਲ ਆਪਣੇ ਕਿਸੇ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕੀਤਾ ਹੈ। ਤੇ ਕਈ ਜਗ੍ਹਾ ਤੇ ਇਹ ਵੀ ਦੱਸਿਆ ਗਿਆ ਕਿ ਮਸ਼ੀਨਾਂ ਦੇ ਨਾਲ ਓਪਰੇ ਜਿਹੇ ਟੋਏ ਪਟਕੇ, ਭਾਵ ਪੂਰੀ ਡੂੰਘਾਈ ਵੀ ਟੋਏ ਪੱਟੇ ਨਹੀਂ ਜਾਂਦੇ, ਤੇ ਇੱਕੋ ਜਗ੍ਹਾ ਤੇ ਕਈ ਲੋਕਾਂ ਨੂੰ ਦਫਨ ਕੀਤਾ ਜਾ ਰਿਹਾ ਹੈ। ਤੇ ਹੁਣ ਜਿਹੜੀ ਉਹ ਧਰਮ ਦੀ ਇੱਕ ਖੇਡ ਹੁੰਦੀ ਹੈ ਕਿ ਫਲਾਂ ਧਰਮ ਜਿਹੜਾ ਉਹ ਦਫਨਾਉਣ ਨੂੰ ਕਹਿੰਦਾ ਹੈ, ਫਲਾਂ ਜਿਹੜਾ ਹੈ ਉਹ ਸਾੜਨ ਨੂੰ ਕਹਿੰਦਾ ਹੈ। ਭਗਤ ਕਬੀਰ ਜੀ ਜਿਵੇਂ ਆਪਣੀ ਬਾਣੀ ਦੇ ਵਿੱਚ ਉਹ ਲਿਖਦੇ ਨੇ, ਔਰ ਉਹ ਜਿਹੜੀਆਂ ਗੱਲਾਂ ਨੇ ਉਹ ਅੱਜ ਸਾਹਮਣੇ ਸਾਡੇ ਨਿਕਲ ਕੇ ਆ ਰਹੀਆਂ ਨੇ। ਉਹ ਲਿਖਦੇ ਨੇ ਕਿ ਬੁੱਤ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ, ਉਹ ਲੈ ਜਾਰੈ ਉਹ ਲੈ ਗਾਡੈ, ਤੇਰੀ ਗਤ ਦੋਹ ਨਾ ਪਾਈ। ਭਾਵ ਕਿ ਕੋਈ ਜਾਰਦਾ ਹੈ, ਭਾਵ ਸਾੜਦਾ ਹੈ, ਜਾਲਦਾ ਹੈ, ਤੇ ਕੋਈ ਗੜਦਾ ਹੈ, ਤੇ ਪਰ ਤੇਰੀ ਗੱਲ ਕਿਸੇ ਨੂੰ ਸਮਝ ਨਹੀਂ ਆ ਰਹੀ, ਸਭ ਇਸੇ ਚੱਕਰ 'ਚ ਪਏ ਹੋਏ ਨੇ। ਤੇ ਅੱਜ ਜਿਹੜੀ ਹੈ ਇਨਸਾਨੀਅਤ ਸ਼ਰਮਸਾਰ ਵੀ ਹੋ ਰਹੀ ਹੈ ਕਿ ਅਸੀਂ ਮ੍ਰਿਤਕ ਦੇਹਾਂ ਦੇ ਨਾਲ ਵੀ ਪੂਰਾ ਇਨਸਾਫ ਨਹੀਂ ਕਰ ਰਹੇ, ਜਿਵੇਂ ਬਲਗਾ ਸਾਹਿਬ ਨੇ ਇੱਕ ਦਿਨ ਪਹਿਲਾਂ ਬੜੇ ਸੋਹਣੇ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਸੀ, ਪਰ ਦਿਲ ਦਹਿਲਾ ਦੇਣ ਵਾਲੀਆਂ, ਭਾਵੁਕ ਕਰਨ ਵਾਲੀਆਂ ਗੱਲਾਂ ਨੇ। ਜੇ ਅਸੀਂ ਕਰੋਨਾ ਦੇ ਮੈਂ ਕੁਝ ਹੋਰ ਇੱਕ ਦੋ ਗੱਲਾਂ ਜਿਹੜੀਆਂ ਆ ਉਹ ਸਾਂਝੀਆਂ ਕਰਨੀ ਚਾਹਾਂਗਾ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਇਸ ਦੀ ਲਾਗ ਤੇ ਵੁਹਾਨ ਤੋਂ ਸ਼ੁਰੂ ਹੋਈ ਸੀ, ਚੀਨ ਤੋਂ, ਤੇ ਫਿਰ ਦੁਨੀਆ ਦੇ ਵਿੱਚ ਇੱਕ ਵੇਰੀਐਂਟ ਜਿਹੜਾ ਸੀ, ਯੂਕੇ ਦਾ ਵੇਰੀਐਂਟ ਜਿਹੜਾ ਸੀ ਉਹ ਪਾਇਆ ਗਿਆ। ਤੇ ਹੁਣ ਜਿਹੜਾ ਵੇਰੀਐਂਟ ਹੈ ਇਸ ਦਾ ਨਾਂ ਹੈ B1617.1। ਇਹ ਇਸ ਦਾ ਵੇਰੀਐਂਟ ਹੈ। ਇਹ ਅਸਲੀ ਇਸ ਦਾ ਤਕਨੀਕੀ ਨਾਮ ਜਿਹੜਾ ਹੈ, ਟੈਕਨੀਕਲ ਨੇਮ ਹੈ, ਇਹ ਜਿਹੜਾ ਵੇਰੀਐਂਟ ਇਸ ਵੇਲੇ ਭਾਰਤ ਵਿੱਚ ਤੇ 30 ਹੋਰ ਮੁਲਕਾਂ ਦੇ ਵਿੱਚ ਇਸ ਵੇਲੇ ਛਾਇਆ ਪਿਆ ਔਰ ਮਰੀਜ਼ਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਰਿਹਾ। ਇਸ ਦਾ ਅਸਲ ਨਾਂ ਇਹ ਹੈ, ਪਰ ਕਈ ਲੋਕ ਇਸ ਨੂੰ ਇੰਡੀਅਨ ਵੇਰੀਐਂਟ ਜਾਂ ਡਬਲ ਮਿਊਟੈਂਟ ਵੇਰੀਐਂਟ ਕਹਿ ਕੇ ਜਾਂ ਇੰਡੀਆ ਦੇ ਨਾਲ ਇਸ ਨੂੰ ਜੋੜ ਰਹੇ ਨੇ ਕਿ ਇੰਡੀਆ ਦੇ ਵਿੱਚੋਂ ਸ਼ੁਰੂ ਹੋਇਆ। ਹੁਣ ਇਸ ਗੱਲ ਦੇ ਕੋਈ ਸੰਕੇਤ ਨਹੀਂ ਤੇ ਜਾਂ ਪਤਾ ਨਹੀਂ ਕਿ ਇੰਡੀਆ ਵਿੱਚੋਂ ਕਿਵੇਂ ਸ਼ੁਰੂ ਹੋਇਆ। ਸਿਰਫ ਇੰਨੀ ਕੋ ਗੱਲ ਹੈ ਕਿ ਇਸ ਦਾ ਸਭ ਤੋਂ ਪਹਿਲਾ ਕੇਸ ਜਿਹੜਾ ਸੀ ਉਹ ਇੰਡੀਆ ਵਿੱਚੋਂ ਡਿਟੈਕਟ ਹੋਇਆ। ਹੁਣ ਇਹ ਵੀ ਨਹੀਂ ਪਤਾ ਕਿ ਕੀ ਉਹੀ ਪਹਿਲਾ ਕੇਸ ਸੀ ਜਾਂ ਡਿਟੈਕਟ ਹੋਇਆ ਜੇ ਭਾਰਤ ਵਾਲਿਆਂ ਨੇ ਪਹਿਲਾਂ ਕਰ ਲਿਆ। ਹੁਣ ਸਾਰੀਆਂ ਗੱਲਾਂ ਤੇ ਕਿੰਤੂ ਪ੍ਰੰਤੀ ਜਿਹੜਾ ਹੈ ਉਹ ਸਾਰੀ ਜ਼ਿੰਦਗੀ ਰਹੇਗਾ। ਪਰ ਇਹ ਜੇ ਅਸੀਂ ਇਹਨੂੰ ਮੰਨ ਵੀ ਲਈਏ ਕਿ ਡਬਲ ਮਿਊਟੈਂਟ ਵੇਰੀਐਂਟ ਹੈ ਤੇ ਭਾਰਤ ਦੇ ਵਿੱਚ ਹੀ ਜਿਹੜਾ ਨਿਕਲਿਆ ਹੈ ਤੇ ਭਾਰਤ ਦੇ ਵਿੱਚ ਪਹਿਲਾ ਕੇਸ ਪਾਇਆ ਗਿਆ ਸੀ, ਅੱਜ ਯੂਕੇ ਜਿਹੜਾ ਹੈ ਦੂਸਰੇ ਨੰਬਰ ਤੇ ਹੈ ਤੇ 30 ਹੋਰ ਮੁਲਕਾਂ ਦੇ ਵਿੱਚ ਇਹ ਵੇਰੀਐਂਟ ਜਿਹੜਾ ਹੈ ਉਹ ਦੇਖਿਆ ਜਾ ਰਿਹਾ। ਹੁਣ ਕੁਝ ਗੱਲਾਂ ਜਿਹੜੀਆਂ ਹਨ ਮੈਂ ਦਰਸ਼ਕਾਂ ਨਾਲ 2-4 ਪੁਆਇੰਟ ਜਿਹੜੇ ਨੇ ਉਹ ਸਾਂਝੇ ਕਰਨੇ ਚਾਹਾਂਗਾ। ਇਸ ਦੇ ਵਿੱਚ ਮਿਊਕਰੋਮਾਈਕੋਸਿਸ ਨਾਂ ਦਾ ਇੱਕ ਬਿਮਾਰੀ ਹੈ ਜਿਸ ਦਾ ਪਿਛਲੇ ਦਿਨਾਂ ਤੋਂ ਰੌਲਾ ਪੈ ਰਿਹਾ, ਕਾਲੀ ਫੰਗਲ। ਇਹ ਆਮ ਤੌਰ ਤੇ ਇਹ ਕੋਈ ਨਵੀਂ ਬਿਮਾਰੀ ਨਹੀਂ ਹੈ, ਪਰ ਕੁਝ ਮਾਹਿਰ ਜਿਹੜੇ ਨੇ, ਡਾਕਟਰ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਇਹ ਬਿਮਾਰੀ ਅੱਖਾਂ ਤੇ ਅਸਰ ਪਾਉਂਦੀ ਹੈ ਤੇ ਕਈ ਕੇਸਾਂ ਦੇ ਵਿੱਚ ਜਿਨ੍ਹਾਂ ਮਰੀਜ਼ਾਂ ਨੂੰ ਡਾਇਬਟੀਜ਼, ਏਡਸ ਜਾਂ ਸ਼ੂਗਰ ਜਾਂ ਕੋਈ ਹੋਰ ਇਹੋ ਜਿਹੀ ਹਾਰਟ ਦੀਆਂ ਗੰਭੀਰ ਬਿਮਾਰੀਆਂ ਹੋਣ ਜਾਂ ਕਿਡਨੀਜ਼ ਦੀਆਂ, ਉਹਨਾਂ ਤੇ ਬਹੁਤ ਜ਼ਿਆਦਾ ਭੈੜਾ ਅਸਰ ਪਾ ਸਕਦੀ ਤੇ ਕਈ ਕੇਸਾਂ ਦੇ ਵਿੱਚ ਮਰੀਜ਼ਾਂ ਦੀਆਂ ਅੱਖਾਂ ਬਾਹਰ ਕੱਢਣੀਆਂ ਪੈਂਦੀਆਂ ਨੇ ਤੇ ਕਈ ਕੇਸਾਂ ਵਿੱਚ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਅੱਖਾਂ ਦੀ ਰੋਸ਼ਨੀ ਤੇ ਬਹੁਤ ਭੈੜਾ ਅਸਰ ਪਾਉਂਦੀ ਹੈ, ਪਰ ਇਸ ਤੋਂ ਬਹੁਤ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਦੱਸੀ ਜਾਂਦੀ। ਇਹ ਆਮ ਤੌਰ ਤੇ ਮਿੱਟੀ ਦੇ ਵਿੱਚ, ਹਵਾ ਦੇ ਵਿੱਚ, ਪਾਣੀ ਦੇ ਵਿੱਚ, ਪੌਦਿਆਂ ਦੇ ਉੱਪਰ ਇਹ ਬਿਮਾਰੀ ਪਾਈ ਜਾਂਦੀ ਤੇ ਫਿਰ ਨੱਕ ਅਤੇ ਸਾਹ ਦੇ ਜ਼ਰੀਏ ਇਨਸਾਨ ਦੇ ਅੰਦਰ ਦਾਖਲ ਹੁੰਦੀ ਹੈ ਤੇ ਫਿਰ ਇੱਕ ਦੂਸਰੇ ਨੂੰ ਵੀ ਫੈਲਣ ਦਾ ਡਰ ਹੈ। ਅਜੇ ਤੱਕ ਥੋੜੇ ਜਿਹੇ ਕੇਸ ਇਸ ਤੇ ਮਹਾਰਾਸ਼ਟਰ ਵਿੱਚ ਦੱਸੇ ਜਾਂਦੇ ਨੇ, ਕੋਈ ਜ਼ਿਆਦਾ ਇਸ ਤੋਂ ਘਬਰਾਉਣ ਵਾਲੀ ਗੱਲ ਨਹੀਂ। ਹੁਣ ਇੱਕ ਦੋ ਮੁੱਦੇ ਹੋਰ ਨੇ। ਸੀਟੀ ਸਕੈਨ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੇ ਨਾਲ ਅਸਲ ਵਿੱਚ ਪਤਾ ਲੱਗ ਜਾਂਦਾ ਹੈ ਕਿ ਕਿਸੇ ਨੂੰ ਕਰੋਨਾ ਦੀ ਲਾਗ ਹੈ ਜਾਂ ਨਹੀਂ, ਮਰੀਜ਼ ਕਰੋਨਾ ਗ੍ਰਸਤ ਹੈ ਜਾਂ ਨਹੀਂ। ਹੁਣ ਸੀਟੀ ਸਕੈਨ ਦੇ ਬਾਰੇ ਏਮਸ ਦੇ ਇੱਕ ਡਾਕਟਰ ਨੇ ਕੁਝ ਦਿਨ ਪਹਿਲਾਂ ਇੱਕ ਗੱਲ ਕਹਿ ਦਿੱਤੀ ਕਿ ਦੇਖੋ ਸੀਟੀ ਸਕੈਨ ਵਾਰ-ਵਾਰ ਨਾ ਤੁਸੀਂ ਕਰਵਾਉਣਾ ਨਹੀਂ ਚਾਹੀਦਾ ਤੁਹਾਨੂੰ, ਕਿਉਂਕਿ ਇੱਕ ਸੀਟੀ ਸਕੈਨ ਕਰਵਾਉਂਦੇ ਹੋ ਤੇ 300 ਐਕਸਰੇ ਦੇ ਬਰਾਬਰ, 300 ਵਾਰੀ ਐਕਸਰੇ ਕਰਾਉਣ ਦੇ ਬਰਾਬਰ ਕਿਰਨਾਂ ਜਿਹੜੀਆਂ ਨੇ ਤੁਹਾਡੇ ਸਰੀਰ ਦੇ ਵਿੱਚੋਂ ਲੰਘ ਜਾਂਦੀਆਂ ਨੇ, ਰੇਡੀਓ ਐਕਟਿਵ ਕਿਰਨਾਂ। ਉਹਨਾਂ ਦੀ ਇਸ ਗੱਲ ਨਾਲ ਰੌਲਾ ਬੜਾ ਪਿਆ ਕਿ ਸੀਟੀ ਸਕੈਨ ਇੰਨੀ ਜ਼ਿਆਦਾ ਖਤਰਨਾਕ ਚੀਜ਼ ਹੈ। ਹੁਣ ਉਹਨਾਂ ਨੇ ਇੱਕ ਦੋ ਗੱਲਾਂ ਹੋਰ ਵੀ ਕੀਤੀਆਂ, ਪਰ ਉਹਨਾਂ ਗੱਲ ਵੱਲ ਧਿਆਨ ਨਾ ਜਾ ਕੇ ਤੇ ਫਿਰ ਮਾਹਿਰਾਂ ਵੱਲ ਨੂੰ ਭੱਜ ਪਏ ਲੋਕ ਤੇ ਮਾਹਿਰਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕੀ ਕਹਿੰਦੇ ਹੋ। ਉਹ ਕਹਿੰਦੇ ਜੀ ਕਿ ਗੱਲ ਠੀਕ ਹੈ ਕਿ ਸੀਟੀ ਸਕੈਨ ਜਿਹੜੀ ਹੈ ਖਤਰਨਾਕ ਬਹੁਤ ਹੁੰਦੀ ਹੈ, ਪਰ ਅੱਜ ਤੋਂ 20-25 ਸਾਲ ਪਿੱਛੇ ਚਲੇ ਜਾਈਏ ਤੇ ਇਹ ਗੱਲ ਜ਼ਿਆਦਾ ਮੰਨਣਯੋਗ ਸੀ ਕਿ ਉਦੋਂ ਵਾਕਿਆ ਹੀ ਇਸ ਦੀ ਰੇਡੀਏਸ਼ਨ ਬਹੁਤ ਜ਼ਿਆਦਾ ਸੀ। ਭਾਵੇਂ ਕਿ ਸੀਟੀ ਸਕੈਨ ਨਾਲ ਬਹੁਤ ਸਾਰੀ ਚੀਜ਼ਾਂ ਦਾ ਪਤਾ ਲੱਗਦਾ ਹੈ,
ਪਰ ਆਹ ਜਿਹੜੀਆਂ ਗੱਲਾਂ ਨੇ ਮਾੜੀਆਂ ਨੇ। 300 ਐਕਸਰੇ ਦੇ ਬਰਾਬਰ ਨਹੀਂ, ਉਹਨਾਂ ਨੇ ਕਿਹਾ ਫੇਰ ਵੀ ਇਹ 25-30 ਐਕਸਰੇ ਜਿਹੜੇ ਨੇ, 25-30 ਐਕਸਰੇ ਨੇ, ਉਹਨਾਂ ਦੇ ਬਰਾਬਰ ਕਿਰਨਾਂ ਤੁਹਾਡੇ ਸਰੀਰ ਚੋਂ ਜ਼ਰੂਰ ਲੱਗ ਜਾਂਦੀਆਂ ਨੇ, ਜੋ ਕਿ ਇੰਨੀਆਂ ਖਤਰਨਾਕ ਨਹੀਂ। ਹੁਣ ਮਾਹਿਰਾਂ ਨੇ ਗੱਲ ਆਖ ਦਿੱਤੀ ਹੈ ਕਿ ਇਹ ਗੱਲ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜਦੋਂ ਮਰਜ਼ੀ ਜਾਓ, ਕਿਸੇ ਜਿਹਦੇ ਕੋਲ ਪੈਸੇ ਹੈ, ਜਿਹਦੀ ਜੇਬ ਦੇ ਵਿੱਚ ਬੋਝਾ ਉਸਦਾ ਫੁੱਲ ਹੈ, ਤੇ ਉਹ ਜਾਵੇ ਕਿਸੇ ਲੈਬ ਦੇ ਵਿੱਚ ਤੇ ਕਹੇ ਵੀ ਮੇਰੇ ਸੀਟੀ ਸਕੈਨ ਕਰ ਦਿਓ, ਮੈਨੂੰ ਸ਼ੱਕ ਹੈ, ਮੈਨੂੰ ਖੰਘ ਹੈ, ਮੈਨੂੰ ਆਹ ਫਲਾਨੀ ਬਿਮਾਰੀ ਹੈ, ਬਲਗਮ ਹੈ, ਬੁਖਾਰ ਹੈ। ਉਹਨਾਂ ਨੇ ਕਿਹਾ ਕਿ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਬਿਨਾਂ ਕਦੇ ਵੀ ਸੀਟੀ ਸਕੈਨ ਨਾ ਕਰਵਾਓ। ਇਹ ਭਾਵੇਂ ਕਿ ਖਤਰਨਾਕ ਨਹੀਂ ਹੈ ਅੱਗੇ ਜਿੰਨਾ, ਪਰ ਫੇਰ ਵੀ ਹੋ ਸਕਦਾ ਹੈ ਸੀਟੀ ਸਕੈਨ ਇਸ ਤਰ੍ਹਾਂ ਕਰਵਾਉਣ ਦਾ ਕੋਈ ਮਤਲਬ ਨਹੀਂ। ਹੁਣ ਇੱਕ ਗੱਲ ਹੋਰ ਹੈ ਇਸ ਦੇ ਵਿੱਚ, ਹਰਡ ਇਮਿਊਨਿਟੀ ਅਸੀਂ ਸੁਣ ਰਹੇ ਹਾਂ। ਹਰਡ ਇਮਿਊਨਿਟੀ ਕੀ ਹੈ? ਹੁਣ ਹਰਡ ਇਮਿਊਨਿਟੀ ਜਿਹੜੀ, ਮੈਂ ਗੱਲਾਂ ਇਸ ਕਰਕੇ ਦੱਸ ਰਿਹਾ ਸਵਲੀਨ ਜੀ, ਤਾਂ ਕਿ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਨੇ, ਇਹ ਕੁਝ ਗੱਲਾਂ ਜਿਹੜੀਆਂ ਨੇ ਬਾਰ-ਬਾਰ ਉੱਭਰ ਕੇ ਸਾਹਮਣੇ ਆ ਰਹੀਆਂ ਨੇ, ਤੇ ਉਹਨਾਂ ਦਾ ਗੱਲਾਂ ਦਾ ਕੋਈ ਨਿਚੋੜ ਨਤੀਜਾ ਨਹੀਂ ਸਾਹਮਣੇ ਆ ਪਈ ਹੈ ਕੀ ਅਸਲ ਵਿੱਚ। ਮੈਂ ਇੱਕੋ ਗੱਲ ਹੁਣ ਕਰਾਂਗਾ, ਹਰਡ ਇਮਿਊਨਿਟੀ। ਹਰਡ ਦਾ ਅਗਰ ਇਸ ਦਾ ਅਸੀਂ ਅੰਗਰੇਜ਼ੀ ਦਾ ਲਫ਼ਜ਼ ਹੈ ਹਰਡ, HERD, ਤੇ ਇਸ ਦਾ ਕੋਈ ਲਫ਼ਜ਼ੀ ਮਾਨਾ ਕੱਢਿਆ ਜਾਵੇ ਤੇ ਭੇਡਾਂ ਦੇ ਇੱਜੜ ਨੂੰ ਵੀ ਹਰਡ ਕਿਹਾ ਜਾਂਦਾ ਹੈ। ਜਿੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਇੱਕ ਚੀਜ਼ ਦੁਆਰਾ ਕੰਟਰੋਲ ਕੀਤੇ ਜਾਣ, ਭਾਵੇਂ ਕਿ ਇੱਕ ਪਸ਼ੂਆਂ ਦਾ ਵੱਗ ਹੋਵੇ ਤੇ ਉਸ ਵੱਗ ਨੂੰ ਕੋਈ ਇਨਸਾਨ ਕੰਟਰੋਲ ਕਰੇ, ਤੇ ਉਹ ਹਰਡ ਨੂੰ ਕੰਟਰੋਲ ਕਰ ਰਿਹਾ ਇਨਸਾਨ ਹੋ ਸਕਦਾ ਹੈ। ਉਹ ਜਿਹੜਾ ਵੱਗ ਹੋਵੇ ਜਾਂ ਇਸ ਤਰ੍ਹਾਂ ਦੀ ਭੀੜ ਹੋਵੇ, ਉਸਨੂੰ ਹਰਡ ਆਖਿਆ ਜਾਵੇਗਾ। ਹੁਣ ਹਰਡ ਇਮਿਊਨਿਟੀ ਦਾ ਹਾਲਾਂਕਿ ਉਸ ਲਫ਼ਜ਼ ਦੇ ਨਾਲ ਇਦਾਂ ਦਾ ਸੰਬੰਧ ਕੋਈ ਨਹੀਂ ਕਿ ਪਸ਼ੂਆਂ ਨਾਲ ਜੋੜਨ ਵਾਲੀ ਗੱਲ ਹੈ ਜਾਂ ਜਾਨਵਰਾਂ ਨਾਲ, ਪਰ ਹਰਡ ਇਮਿਊਨਿਟੀ ਉੱਥੇ ਹੈ ਜਿੱਥੇ ਬਹੁਤੀ ਗਿਣਤੀ ਵਿੱਚ ਇੱਕੋ ਜਗ੍ਹਾ ਤੇ ਰਹਿਣ ਵਾਲੇ ਲੋਕਾਂ ਦੇ ਟੀਕੇ ਜਿਹੜੇ ਹਨ ਉਹ ਲੱਗ ਜਾਣ, ਤੇ ਟੀਕਿਆਂ ਨੂੰ ਉਹ ਇਸ ਤਰ੍ਹਾਂ ਦੀ ਇਮਿਊਨਿਟੀ ਲੋਕਾਂ ਦੀ ਬਣ ਜਾਵੇ ਕਿ ਉਹਨਾਂ ਦੇ ਵਿੱਚ ਬਿਮਾਰੀ ਗਾਂ ਤੋਂ ਗਾਂ ਫੈਲਣ ਦਾ ਖਤਰਾ ਨਾ ਹੋਵੇ। ਸੋ ਹਰਡ ਇਮਿਊਨਿਟੀ ਉਹ ਚੀਜ਼ ਹੈ। ਹੁਣ ਕੱਲੀ ਟੀਕਿਆਂ ਨਾਲ ਨਹੀਂ, ਪਰ ਇਹ ਇੱਕ ਹਰਡ ਇਮਿਊਨਿਟੀ ਹੋਰ ਵੀ ਤਰੀਕੇ ਨਾਲ ਬਣ ਜਾਂਦੀ ਹੈ ਕਿ ਇਨਸਾਨ ਜਿਸ ਨੂੰ ਪਹਿਲਾਂ ਵਾਇਰਸ ਦਾ ਅਸਰ ਉੱਤੇ ਹੋ ਚੁੱਕਾ ਹੋਵੇ, ਲਾਗ ਲੱਗ ਚੁੱਕੀ ਹੋਵੇ, ਤੇ ਫਿਰ ਉਸ ਦੀ ਵੀ ਹਰਡ ਇਮਿਊਨਿਟੀ ਜਿਹੜੀ ਹੈ, ਇੰਨੇ ਜ਼ਿਆਦਾ, ਫਰਜ਼ ਕਰੋ ਕਿ 100 ਲੋਕ ਇੱਕ ਜਗ੍ਹਾ ਤੇ ਹੋਏ ਨੇ, ਜਾਂ ਤਾਂ ਉਹਨਾਂ ਵਿੱਚੋਂ 80 ਨੂੰ ਟੀਕੇ ਲੱਗ ਜਾਣ ਤੇ 20 ਰਹਿ ਜਾਣ, ਉੱਥੇ ਜਿਹੜੀ ਹੈ ਹਰਡ ਇਮਿਊਨਿਟੀ ਬਣੀ ਹੋਈ ਹੋਵੇਗੀ। ਦੂਸਰੇ 20 ਜਿਹੜੇ ਨੇ ਥੋੜੇ ਬਹੁਤੇ ਬਿਮਾਰ ਹੋਣਗੇ ਵੀ, ਪਰ ਬਿਮਾਰੀ ਵੱਡੇ ਪੱਧਰ ਤੇ ਫੈਲਣ ਦਾ ਖਤਰਾ ਨਹੀਂ ਹੋਵੇਗਾ। ਜਾਂ ਦੂਸਰਾ ਤਰੀਕਾ ਹੈ ਕਿ ਟੀਕੇ ਨਾ ਲੱਗੇ ਹੋਣ ਤੇ ਉਹ ਸਾਰੇ ਲੋਕ ਇੱਕ ਵਾਰੀ ਬਿਮਾਰ ਪੈ ਚੁੱਕੇ ਹੋਣ ਤੇ ਉਹਨਾਂ ਦੀ ਵੀ ਹਰਡ ਇਮਿਊਨਿਟੀ ਬਣ ਜਾਵੇਗੀ। ਸੋ ਇਹ ਦੋ ਤਿੰਨ ਗੱਲਾਂ ਮੈਂ ਇਸ ਕਰਕੇ ਸਾਂਝੀਆਂ ਕੀਤੀਆਂ ਨੇ, ਤੇ ਆਮ ਤੌਰ ਤੇ ਲੋਕ ਇਹਨਾਂ ਗੱਲਾਂ ਨਾਲ ਕਨਫਿਊਜ਼ ਹੋ ਰਹੇ ਨੇ। ਕੁਝ ਗੱਲਾਂ ਤੋਂ ਵਾਕਿਆ ਹੀ ਸਾਵਧਾਨ ਰਹਿਣ ਦੀ ਲੋੜ ਹੈ, ਘਬਰਾਉਣ ਦੀ ਕਿਸੇ ਤੋਂ ਲੋੜ ਨਹੀਂ। ਜੀ, ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਵੇਲਾ ਹੋ ਗਿਆ ਇਸ ਵੇਲੇ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿੱਚ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਕੁਲ ਸਭ ਤੁਹਾਡੇ ਵੱਲ ਆਉਂਦੇ ਆ। WHO ਨੇ ਇੱਕ ਟਿੱਪਣੀ ਦਿੱਤੀ ਆ ਭਾਰਤ ਵਿੱਚ ਕਰੋਨਾ ਦੇ ਕੇਸਾਂ ਦੇ ਫੈਲਣ ਬਾਰੇ, ਉਹ ਕੀ ਹੈ? ਜੀ ਸਵਲੀਨ ਜੀ, ਪਹਿਲਾਂ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਸਾਰੇ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਨੂੰ ਸਾਡੇ ਇਸ ਅਦਾਰੇ ਵੱਲੋਂ ਈਦ ਦੀ ਮੁਬਾਰਕ। ਤੇ ਗੱਲ ਭਾਜੀ ਕੁਲਦੀਪ ਜੀ ਕਰ ਰਹੇ ਸੀਗੇ, ਜਿਨ੍ਹਾਂ ਨੇ ਅੰਕੜੇ ਦਿੱਤੇ ਆ ਕੋਵਿਡ ਦੇ ਸੰਬੰਧ ਦੇ ਵਿੱਚ, ਬਹੁਤ ਹੀ ਵਿਸਤਾਰ ਦੇ ਨਾਲ ਦੱਸਿਆ ਉਹਨਾਂ ਨੇ। ਜਿਹੜੀ WHO ਵੱਲੋਂ, ਆਲਮੀ ਸਿਹਤ ਸੰਸਥਾ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ, ਜਿਹੜਾ ਉਹਨਾਂ ਦਾ ਮੈਗਜ਼ੀਨ ਨਿਕਲਦਾ ਆ, ਤੇ ਉਹਨਾਂ ਨੇ ਇਸ ਗੱਲ ਤੇ ਟਿੱਪਣੀ ਕੀਤੀ ਆ ਭਾਰਤ ਦੇ ਉੱਤੇ ਕਿ ਭਾਰਤ ਦੇ ਵਿੱਚ ਜਿਹੜੀ ਕੋਵਿਡ ਦੀ ਦੂਸਰਾ ਰੂਪ ਆਇਆ ਆ, ਉਹਦੇ ਵਿੱਚ ਜਿਹੜੀਆਂ ਧਾਰਮਿਕ ਇਕੱਠ ਹੋਏ ਆ ਜਾਂ ਰਾਜਨੀਤਿਕ ਇਕੱਠ ਹੋਏ ਆ, ਉਹਨਾਂ ਨੇ ਇਸ ਬਿਮਾਰੀ ਨੂੰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਭਾਰਤ ਦੇ ਵਿੱਚ ਸਪਰੈਡ ਕੀਤਾ ਆ। ਤੇ ਇਹ ਇੱਕ ਬਹੁਤ ਵੱਡੀ ਸਮਝ ਲਈਏ ਵੀ ਆਪਾਂ ਭਾਰਤ ਸਰਕਾਰ ਤੇ ਜਾਂ ਭਾਰਤੀ ਲੋਕਾਂ ਤੇ ਇੱਕ ਬਹੁਤ ਵੱਡੀ ਕਹਿ ਸਕਦੇ ਹਾਂ ਵੀ ਇਲਜ਼ਾਮ ਵੀ ਆਪਾਂ ਇਹਨੂੰ ਲਫ਼ਜ਼ ਮੰਨ ਸਕਦੇ ਹਾਂ, ਕਿਉਂਕਿ ਅਸੀਂ ਕੀਤਾ ਤਾਂ ਵਾਕਿਆ ਹੀ ਏਦਾਂ ਆ। ਅੱਜ ਜੇ ਸਾਰੀ ਦੁਨੀਆ ਨੂੰ ਅਸੀਂ ਇਸ ਕੋਵਿਡ ਦੇ ਮਹਾਮਾਰੀ ਦੇ ਵੱਲ ਤੱਕ ਰਹੇ ਹਾਂ, ਤੇ ਜਾਂ ਇਹ ਕਹਿ ਸਕਦੇ ਹਾਂ ਕਿ ਇਸ ਵੇਲੇ ਕੋਵਿਡ ਦਾ 2019 ਦਾ ਇੱਕ ਕੇਂਦਰ ਬਣ ਚੁੱਕਾ ਭਾਰਤ। ਇਸ ਵੇਲੇ ਸਭ ਨੂੰ ਉੱਪਰ ਫਿਗਰ ਇਹਦੀ ਮੌਤਾਂ ਦੇ ਵਿੱਚ ਵੀ ਤੇ ਆਪਣੇ ਜਿਹੜੇ ਨਵੇਂ ਕੇਸ ਆ ਰਹੇ ਉਹਨਾਂ ਵਿੱਚ ਵੀ। ਇਸ ਵੇਲੇ ਜੇ ਸਾਰੀ ਦੁਨੀਆ ਦੇ ਕੇਸ ਆਪਾਂ ਇੱਕ ਪਾਸੇ ਜੋੜ ਲਈਏ ਤੇ ਇਕੱਲੇ ਭਾਰਤ ਦੇ ਕੇਸ ਜਿਹੜੇ ਉੱਪਰ ਚੱਲ ਰਹੇ ਸਾਰੇ ਦੇਸ਼ਾਂ ਨਾਲੋਂ। ਤੇ ਇਹ ਬਹੁਤ ਵੱਡਾ ਕੇਂਦਰ ਬਣ ਚੁੱਕਾ। ਤੇ ਜਿਹੜੀ ਵਿਸ਼ਵ ਸਿਹਤ ਸੰਸਥਾ ਆ, ਉਹਨਾਂ ਨੇ ਇਹ ਜੇ ਟਿੱਪਣੀ ਕੀਤੀ ਆ ਤੇ ਬਿਲਕੁਲ ਭਾਰਤ ਤੇ ਢੁਕਦੀ ਕੀਤੀ ਆ। ਔਰ ਵਾਕਿਆ ਹੀ ਆਪਾਂ ਦੇਖਿਆ ਕਿ ਪਿੱਛੇ ਜੇ ਆਪਾਂ ਕਾਫੀ ਪਿਛਲੇ ਸੈਗਮੈਂਟ ਵਿੱਚ ਵੀ ਆਪਾਂ ਗੱਲਾਂ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਸਾਡੇ ਰਾਜਨੀਤਿਕ ਲੋਕਾਂ ਨੇ ਇਸ ਚੀਜ਼ ਨੂੰ ਮਤਲਬ ਸੀਰੀਅਸ ਨਹੀਂ ਲਿਆ, ਤਾਂ ਹੀ ਕਰਕੇ ਅਸੀਂ ਅਜੇ ਤੱਕ ਪਹੁੰਚੇ ਹਾਂ। ਇਹ ਬਹੁਤ ਵੱਡੀ ਗੱਲ ਆ। ਨਾਲ ਆਪਾਂ ਇਹ ਦੇਖਦੇ ਹਾਂ ਕਿ ਜਿਸ ਤਰ੍ਹਾਂ 57 ਸੰਸਦ ਮੈਂਬਰ ਅਮਰੀਕਾ ਦੇ ਇਕੱਠੇ ਹੋ ਕੇ ਉਹਨਾਂ ਨੇ ਜੋ ਬਾਈਡਨ, ਜੋ USA ਦੇ ਰਾਸ਼ਟਰਪਤੀ ਆ, ਉਹਨਾਂ ਨੂੰ ਵੀ ਇੱਕ ਪੱਤਰ ਦਿੱਤਾ, ਮੰਗ ਪੱਤਰ ਦਿੱਤਾ ਕਿ ਇਸ ਵੇਲੇ ਭਾਰਤ ਤੇ ਬਹੁਤ ਵੱਡੀ ਇਸ ਵੇਲੇ ਕੋਵਿਡ ਦੀ ਮਾਰ ਪੈ ਰਹੀ ਆ ਤੇ ਉਹਨਾਂ ਨੂੰ ਜਿਹੜੀ ਆ ਆਰਥਿਕ ਤੌਰ ਤੇ ਮਦਦ ਕਰਨੀ ਬਣਦੀ ਆ ਅਮਰੀਕਾ ਵੱਲੋਂ।
ਤੇ ਇਹ ਵੀ ਇੱਕ ਦੁਨੀਆ ਦੇ ਵਿੱਚ, ਚਲੋ ਆਪਾਂ ਮੰਨਦੇ ਹਾਂ ਕਿ ਅਮਰੀਕਾ ਇਸ ਵੇਲੇ ਦੁਨੀਆ ਦੀ ਟੌਪ ਦੀ ਪਾਵਰ ਆ। ਜੇ ਉੱਥੇ ਦੇ 57 ਮੈਂਬਰਾਂ ਨੇ ਭਾਰਤ ਲਈ ਮਦਦ ਲਈ ਇੱਕ ਮੰਗ ਪੱਤਰ ਦਿੱਤਾ ਹੈ ਜੋ ਬਾਈਡਨ ਨੂੰ, ਤੇ ਇਹ ਭਾਰਤ ਲਈ ਇੱਕ ਚੰਗੀ ਗੱਲ ਵੀ ਬਹੁਤ ਆ। ਤੇ ਇਹ ਵੀ ਆਪਾਂ ਦੇਖਦੇ ਹਾਂ ਕਿ ਆਸ-ਪਾਸ ਦੇ ਜਿਹੜੇ ਦੇਸ਼ ਆ ਇਸ ਵੇਲੇ ਭਾਰਤ ਨੂੰ ਉੱਪਰਲੀ ਨਿਗਾਹ ਤੋਂ ਕਿੱਦਾਂ ਦੇਖ ਰਹੇ ਆ, ਕਿਉਂਕਿ ਜਿਹੜੀਆਂ ਸਾਡੀਆਂ ਭਾਜੀ ਕੁਲਦੀਪ ਨੇ ਵੀ ਗੱਲ ਕੀਤੀ ਆ ਵੀ ਦਰਿਆਵਾਂ 'ਚ ਤਰਦੀਆਂ ਲਾਸ਼ਾਂ, ਭਾਰਤ ਦੇ ਉਹਨਾਂ ਨਾਗਰਿਕਾਂ ਦੀਆਂ ਲਾਸ਼ਾਂ ਜਿਨ੍ਹਾਂ ਨੂੰ ਇਸ ਵੇਲੇ ਕੁੱਤੇ ਧੂ ਕੇ ਟੋਇਆਂ ਦੇ ਵਿੱਚੋਂ ਕੱਢ ਕੇ ਲਿਜਾ ਰਹੇ ਆ। ਇਹ ਤਸਵੀਰਾਂ ਜਦੋਂ ਅਸੀਂ ਬਾਹਰ ਵੀ ਆਪਣੇ ਸੱਜਣ ਮਿੱਤਰ ਪਿਆਰਿਆਂ ਦੇ ਨਾਲ ਗੱਲਾਂ ਕਰਦੇ ਆ, ਫੋਨ ਤੇ ਸਾਨੂੰ ਆਉਂਦੇ ਆ, ਤੇ ਉੱਥੇ ਦੇ ਜਿਹੜੇ ਸਾਡੇ ਕਾਮੇ ਸਾਥੀ ਨਾਲ ਗੋਰੇ ਲੋਕ ਜਿਹੜੇ ਕੰਮ ਕਰਦੇ ਆ, ਉਹ ਵੀ ਜਦੋਂ ਇਦਾਂ ਦੀਆਂ ਤਸਵੀਰਾਂ ਦੇਖ ਕੇ ਫਿਰ ਸਾਡੇ ਭਾਰਤੀ ਲੋਕਾਂ ਨੂੰ ਪੁੱਛਦੇ ਆ ਵੀ ਵਾਕਈ ਇਹ ਇੰਡੀਆ ਦੇ ਵਿੱਚ ਇਦਾਂ ਸੰਭਵ ਹੈ ਵੀ ਦਰਿਆਵਾਂ ਦੇ ਵਿੱਚ ਲਾਸ਼ਾਂ ਰੁੜਦੀਆਂ ਫਿਰਦੀਆਂ ਹੋਣ ਔਰ ਅੱਧ ਦੱਬੀਆਂ ਲਾਸ਼ਾਂ ਨੂੰ ਕੁੱਤੇ ਖਿੱਚ ਕੇ ਲਿਜਾਂਦੇ ਹੋਣ। ਇਹ ਸਾਡੇ ਦੇਸ਼ ਦੇ ਉੱਤੇ ਇੱਕ ਬਹੁਤ ਵੱਡੀ ਇੱਕ ਕਲੰਕ ਵੀ ਆ, ਤੇ ਸਾਡੀਆਂ ਸਰਕਾਰਾਂ ਨੇ ਜਿਹੜਾ ਸਮੇਂ ਸਿਰ ਇਹ ਸਾਰੀਆਂ ਚੀਜ਼ਾਂ ਨੂੰ ਨਹੀਂ ਭਾਂਪਿਆ, ਨਹੀਂ ਦੇਖਿਆ, ਤੇ ਇਸੇ ਕਰਕੇ ਅੱਜ ਦੁਨੀਆ ਪੱਧਰ ਤੇ ਸਾਡੀ ਜਿੱਥੇ ਲੋਕ ਹਮਦਰਦੀ ਵੀ ਦੇਸ਼ ਕਰ ਰਹੇ ਆ, ਤੇ ਨਾਲ ਜਿਹੜੀ ਸਾਡੀ ਇੱਕ ਕਹਿ ਸਕਦੇ ਆ ਕਿ ਬਦਨਾਮੀ ਵੀ ਹੋ ਰਹੀ ਆ, ਤੇ ਇਹ ਸਾਡੇ ਲਈ ਸ਼ਰਮਸਾਰ ਵਾਲੀ ਗੱਲ ਆ। ਤੇ ਅਸੀਂ ਸਮੇਂ ਸਿਰ ਇਸ ਚੀਜ਼ ਨੂੰ ਸਾਂਭ ਨਹੀਂ ਪਾਏ, ਸਮੇਂ ਸਿਰ ਇਹਦੇ ਪ੍ਰਬੰਧ ਨਹੀਂ ਕਰ ਸਕੇ। ਇਹ ਜਿਹੜਾ ਇਸ ਵੇਲੇ ਵਰਤਾਰਾ ਵਰਤ ਰਿਹਾ ਆ, ਆਉਣ ਵਾਲੇ 10, 20, 100, 50, 200 ਸਾਲ ਬਾਅਦ ਜਦੋਂ ਇਹ ਇਤਿਹਾਸ ਖੋਲ ਕੇ ਦੇਖਿਆ ਜਾਊਗਾ ਤੇ ਸਾਡੀ ਭਾਰਤ ਦੀ ਰਾਜਨੀਤੀ ਨੂੰ ਕਦੀ ਵੀ ਮਾਫ ਨਹੀਂ ਕੀਤਾ ਜਾਊਗਾ, ਕਿਉਂਕਿ ਇਸ ਰਾਜਨੀਤੀ ਦੇ ਅਧੀਨ ਜਿਨ੍ਹਾਂ ਲੋਕਾਂ ਨੇ ਸਾਡੇ ਤੋਂ ਵੋਟਾਂ ਲਈਆਂ, ਸਾਡੇ ਤੇ ਰਾਜ ਕੀਤਾ, ਉਹ ਸਾਨੂੰ ਜਿਹੜੀਆਂ ਬੇਸਿਕ ਸਹੂਲਤਾਂ ਸੀਗੀਆਂ, ਬੇਸਿਕ ਸਹੂਲਤਾਂ ਕੀ ਸੀ, ਸਾਡੀਆਂ ਸਿਹਤ ਦੀਆਂ ਸਹੂਲਤਾਂ, ਜਦ ਸਾਨੂੰ ਉਹ ਵੀ ਨਹੀਂ ਦੇ ਸਕੇ ਔਖੇ ਸਮੇਂ, ਤੇ ਅਸੀਂ ਹੋਰ ਇਹਨਾਂ ਤੋਂ ਕੀ ਆਸ ਕਰ ਸਕਦੇ ਹਾਂ। ਅੱਜ ਜੀਂਦੇ ਨੂੰ ਜੇ ਨਹੀਂ ਮਿਲ ਰਿਹਾ, ਇਲਾਜ ਨਹੀਂ ਮਿਲ ਰਿਹਾ, ਤੇ ਤੁਸੀਂ ਇਹ ਸੋਚ ਕੇ ਦੇਖੋ ਮਰਨ ਤੋਂ ਬਾਅਦ ਉਹਨੂੰ 2 ਗਜ ਜ਼ਮੀਨ ਦੇ ਵਿੱਚ ਦੱਬਣ ਲਈ ਪੂਰਾ ਪ੍ਰਬੰਧ ਨਹੀਂ, ਤੇ ਉਹਦੇ ਉੱਤੇ ਪਾਉਣ ਲਈ ਬਾਲਣ ਨਹੀਂ ਸਾਨੂੰ ਸਰਕਾਰਾਂ ਦੇ ਸਕੀਆਂ। ਇਹ ਵੀ ਦੁਨੀਆ ਦੇ ਵਿੱਚ ਗੱਲਾਂ ਅੱਜ ਹੋ ਰਹੀਆਂ ਆ, ਤੇ ਇਹ ਗੱਲਾਂ ਨੂੰ ਦੇਖ ਕੇ ਕੁਝ ਦੇਸ਼ ਜਿਹੜੇ ਆ ਉਹ ਸਾਡੀ ਮਦਦ ਕਰਨ ਨੂੰ ਵੀ ਅੱਗੇ ਆ ਰਹੇ ਆ, ਤੇ ਕੁਝ ਲੋਕ ਜਿਹੜੇ ਆ ਜਾਂ ਕੁਝ ਦੇਸ਼ ਹੈਗੇ ਆ ਉਹ ਸਾਡੀ ਇਸ ਤਰਾਸ਼ਦੀ ਦੇ ਉੱਪਰ ਤੰਜ ਵੀ ਕੱਸ ਰਹੇ ਆ। ਜੀ ਸਵਲੀਨ ਜੀ। ਬਿਲਕੁਲ ਕੁਲਦੀਪ ਜੀ, ਕਰੋਨਾ ਮਹਾਮਾਰੀ ਕਰਕੇ ਅਸੀਂ ਸਾਬਕਾ ਵਿਧਾਇਕ ਅਤੇ ਪੱਤਰਕਾਰ ਜਰਨੈਲ ਸਿੰਘ ਨੂੰ ਖੋ ਚੁੱਕੇ ਹਾਂ, ਤੇ ਸ਼ਰਧਾਂਜਲੀ ਦੇ ਰੂਪ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਆ? ਸਵਲੀਨ ਜੀ, ਜਿਵੇਂ ਬਿਲਕਾ ਸਾਹਿਬ ਨੇ ਦੱਸਿਆ ਕਿ ਇੱਕ ਕਲੰਕ ਸਾਡੇ ਮੱਥੇ ਤੇ ਲੱਗ ਗਿਆ ਹੈ ਜਿਹੜਾ ਇਸ ਕਰੋਨਾ। ਠੀਕ ਹੈ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਮੌਤਾਂ ਬਹੁਤ ਹੋਈਆਂ ਨੇ, USA ਦੇ ਵਿੱਚ ਜੇ ਅੰਕੜਿਆਂ ਦੀ ਹੇਰ-ਫੇਰ ਦੀ ਗੱਲ ਕਰੀ ਤੇ ਸਾਡੇ ਨਾਲੋਂ ਵੱਧ ਹੋਈਆਂ ਨੇ US ਵਿੱਚ ਮੌਤਾਂ, ਪਰ ਇਸ ਤਰ੍ਹਾਂ ਬੇਹੁਰਮਤੀ, ਬੇਅਦਬੀ ਜਿਹੜੀ ਕੀਤੀ ਗਈ ਕਿ ਜਾਂ ਹੋ ਗਈ, ਜਾਂ ਸਾਡੇ ਕੋਲ ਸਿਸਟਮ ਨਹੀਂ ਹੈ, ਅਸੀਂ ਸਿਸਟਮ ਹੀ ਨਹੀਂ ਬਣਾ ਸਕੇ, ਤੇ ਫਿਰ ਗੱਲਾਂ ਅਸੀਂ ਬਹੁਤੀਆਂ ਕਰਨੀਆਂ, ਅਸੀਂ ਤੇ ਵਿਸ਼ਵ ਗੁਰੂ ਬਣਾਉਣ ਚੱਲੇ ਹੋਏ ਆ ਭਾਰਤ ਨੂੰ। ਇਹ ਬਹੁਤ ਮਾੜੀ ਗੱਲ ਹੋਈ ਆ। ਇਸੇ ਤਰ੍ਹਾਂ ਦਾ ਇੱਕ ਕਲੰਕ 1984 ਦੇ ਵਿੱਚ ਲੱਗਾ ਸੀ ਸਾਡੇ ਤੇ, ਜਦੋਂ ਦਿੱਲੀ ਦੇ ਵਿੱਚ, ਰਾਜਧਾਨੀ ਦੇ ਵਿੱਚ ਜਿਹੜਾ ਸੀ ਸ਼ਰੇਆਮ ਸਿੱਖਾਂ ਨੂੰ ਟਾਰਗੇਟ ਕਰਕੇ ਕਤਲੇਆਮ ਕੀਤਾ ਗਿਆ ਇੰਨੇ ਵੱਡੇ ਪੱਧਰ ਤੇ ਉਸ ਕਤਲੇਆਮ ਦੇ ਵਿੱਚ ਰਾਜਧਾਨੀ ਦੇ ਵਿੱਚੋਂ ਅੱਜ ਤੱਕ ਸਹੀ ਆંકੜੇ ਸਾਹਮਣੇ ਨਹੀਂ ਆਏ। ਬਹੁਤ ਸਾਰੇ ਇਲਾਕੇ ਨੇ ਦਿੱਲੀ ਦੇ ਜਿੱਥੋਂ ਸਹੀ ਗੱਲਾਂ ਜਿਹੜੀਆਂ ਸੀ ਸਾਹਮਣੇ ਨਹੀਂ ਆਈਆਂ, ਤੇ ਕਿਸੇ ਨੂੰ ਸਜ਼ਾ ਵੀ ਨਹੀਂ ਦਿੱਤੀ ਗਈ। ਇੰਨੇ ਵੱਡੇ ਪੱਧਰ ਤੇ ਹੋਇਆ ਹੋਵੇ ਕਤਲੇਆਮ, ਤੇ ਅਜੇ ਤੱਕ ਮੁੱਖ ਦੋਸ਼ੀ ਜਿਹੜੇ ਹਨ ਉਹ ਫ੍ਰੀ ਘੁੰਮ ਰਹੇ ਹੋਣ। ਉਦੋਂ 11 ਕੁ ਸਾਲ ਉਮਰ ਹੋਵੇਗੀ, 11 ਸਾਲ ਦਾ ਬੱਚਾ ਹੋਵੇਗਾ ਸਰਦਾਰ ਜਰਨੈਲ ਸਿੰਘ, ਕਿਉਂਕਿ ਸਿਰਫ 48 ਕੁ ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਉਹ। ਅਸੀਂ ਸ਼ਰਧਾਂਜਲੀ ਦਿੰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ। ਪੱਤਰਕਾਰ ਹੋਰ ਵੀ ਬਹੁਤ ਸਾਰੇ ਹੁੰਦੇ ਹੋਣਗੇ, ਤੇ ਆਮ ਤੌਰ ਤੇ ਪੱਤਰਕਾਰ ਭਾਈਚਾਰੇ ਦੇ ਨਾਲ ਅਸੀਂ ਵੀ ਜੁੜੇ ਹੋਏ ਹਾਂ, ਪੱਤਰਕਾਰਤਾ ਦੇ ਨਾਲ। ਪੱਤਰਕਾਰ ਜਦੋਂ ਕਿਸੇ ਵੱਡੇ ਵਿਅਕਤੀ ਨੂੰ ਮਿਲਦੇ ਨੇ ਤੇ ਉਸ ਦੇ ਨਾਲ ਆਪਣੀਆਂ ਫੋਟੋਆਂ ਜਿਹੜੀਆਂ ਨੇ, ਸੈਲਫੀਆਂ ਖਿਚਵਾ ਲੈਂਦੇ ਨੇ, ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਗੱਲ ਕਰਦੇ ਹੋਣ, ਤੇ ਉਹ ਸਾਂਭ ਕੇ ਰੱਖਦੇ ਨੇ ਕਿ ਦੇਖੋ ਫਲਾਣੇ ਜਗ੍ਹਾ ਤੇ ਮੈਂ ਫਲਾਣੇ ਆਗੂ ਨੂੰ ਮਿਲਿਆ ਸੀ, ਫਲਾਣੇ ਵਿਅਕਤੀ ਨੂੰ ਮਿਲਿਆ ਸੀ। ਪਰ ਇਹ ਤੁਸੀਂ ਦੇਖੋ ਕਿ ਉਹ ਸਮਾਂ ਯਾਦ ਕਰੋ 2014 ਦੇ ਵਿੱਚ, ਜਦੋਂ ਚਿਦੰਬਰਮ ਸਾਹਿਬ, ਜਾਂ ਉਸ ਤੋਂ ਪਹਿਲਾਂ ਦੀ ਗੱਲ ਹੈ ਸ਼ਾਇਦ, ਮੇਰੇ ਖਿਆਲ ਥੋੜਾ ਜਿਹਾ ਲਿਖਿਆ ਮੈਨੂੰ, 2009 ਦੇ ਵਿੱਚ ਜਦੋਂ ਮਨਮੋਹਨ ਸਿੰਘ ਦੀ ਦੂਸਰੀ ਵਾਰੀ ਸਰਕਾਰ ਚੁਣੀ ਗਈ ਸੀ, ਚਿਦੰਬਰਮ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸਨ ਤੇ ਇਹ ਸਾਹਮਣੇ ਬੈਠੇ ਹੋਏ ਸਨ ਪਹਿਲੀ ਕਤਾਰ ਦੇ ਵਿੱਚ। ਹੁਣ ਦੇਖੋ ਦੇਸ਼ ਦੇ ਕੇਂਦਰੀ ਮੰਤਰੀ ਦੇ ਸਾਹਮਣੇ ਬੈਠਣ ਦਾ ਜਿਸ ਨੂੰ ਮੌਕਾ ਮਿਲਿਆ ਹੋਵੇ, ਇੱਕ ਪੱਤਰਕਾਰ ਵਜੋਂ ਜਰਨੈਲ ਸਿੰਘ, ਉਸ ਵੇਲੇ ਉਹਨਾਂ ਦੀ ਉਮਰ ਥੋੜੀ ਹੋਵੇਗੀ ਹੋਰ ਵੀ, ਤੇ ਉਹਨਾਂ ਨੇ ਇੱਕ ਜੁੱਤੀ ਚੁੱਕੀ। ਇਹ ਜਿਹੜਾ ਰਿਵਾਜ ਸੀ ਵੈਸੇ ਜੁੱਤੀ ਸੁੱਟਣ ਦਾ, ਇਹ ਇਰਾਕ ਦੇ ਵਿੱਚੋਂ ਚੱਲਿਆ ਸੀ, ਜਦੋਂ ਜਾਰਜ W ਬੁਸ਼ ਦੇ ਉੱਪਰ ਜਿਹੜੀ ਸੀ ਉੱਥੇ ਇੱਕ ਪੱਤਰਕਾਰ ਨੇ ਇੱਕ ਬੂਟ ਵਗਾ ਕੇ ਮਾਰਿਆ ਸੀ, ਤੇ ਉਹ ਬੁਸ਼ ਜਿਹੜੇ ਸੀ ਆਪਣੀ ਫੁਰਤੀ ਦੇ ਨਾਲ ਬਚ ਗਏ, ਉਹ ਸਾਈਡ ਨੂੰ ਹੋ ਗਏ ਤੇ ਬੂਟ ਜਿਹੜਾ ਸੀ ਉਹ ਨਿਕਲ ਗਿਆ। ਜਦਕਿ ਚਿਦੰਬਰਮ ਵੱਲ ਇਹੋ ਜਿਹੀ ਕੋਈ ਗੱਲ ਨਹੀਂ ਸੀ। ਇੱਕ ਜੁੱਤੀ ਜਿਹੜੀ ਸੀ ਉਸਨੇ ਲਾਈ ਹੈ ਤੇ ਸਾਈਡ ਨੂੰ ਜਿੱਥੇ ਚਿਦੰਬਰਮ ਬੈਠੇ ਹੋਏ ਸੀ ਸੁੱਟ ਦਿੱਤੀ।
ਹੁਣ ਗੱਲ ਸਿਰਫ ਜੁੱਤੀ ਸੁੱਟਣ ਦਾ ਮਨ ਬਣਾ ਕੇ ਨਹੀਂ ਸੀ ਗਏ, ਉਹਨਾਂ ਨੇ ਗੱਲ ਆਖੀ ਵੀ ਸੀ। ਇੱਕ ਇੱਕ ਮੌਕੇ ਤੇ ਮੈਨੂੰ ਇਹ ਗੱਲ ਆਈ, ਕਿਉਂਕਿ ਮੈਂ ਚਿਦੰਬਰਮ ਸਾਹਿਬ ਨੂੰ ਸਵਾਲ ਬਾਰ-ਬਾਰ ਪੁੱਛ ਰਿਹਾ ਸੀ ਕਿ ਤੁਸੀਂ ਜਗਦੀਸ਼ ਟਾਈਟਲਰ ਨੂੰ ਤੇ ਸੱਜਣ ਕੁਮਾਰ ਨੂੰ ਟਿਕਟ ਕਿਉਂ ਦਿੱਤੀ ਹੈ ਕਾਂਗਰਸ ਪਾਰਟੀ ਨੇ, ਤੇ ਉਹਨਾਂ ਗੱਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਰਹੇ ਸਨ ਉਹ, ਤੇ ਜਵਾਬ ਉਹਨਾਂ ਨੇ ਸਿੱਧਾ ਕੋਈ ਦਿੱਤਾ ਨਹੀਂ। ਤੇ ਜਦੋਂ ਖਿੱਚ ਗਏ ਫਿਰ ਜਰਨੈਲ ਸਿੰਘ ਤੇ ਉਹਨਾਂ ਨੇ ਜੁੱਤੀ ਉਹਨਾਂ ਵੱਲ ਸੁੱਟ ਦਿੱਤੀ, ਉਹਨਾਂ ਵੱਲ ਵੀ ਨਹੀਂ, ਉਹਨਾਂ ਤੇ ਸਾਈਡ ਤੇ ਸੁੱਟ ਦਿੱਤੀ, ਤੇ ਉਹਨਾਂ ਨੂੰ ਉੱਥੋਂ ਫੜ ਕੇ ਜਿਹੜੇ ਸੀ ਪੁਲਿਸ ਮੁਲਾਜ਼ਮ ਉੱਥੋਂ ਲੈ ਗਏ, ਤੇ ਬਾਅਦ ਵਿੱਚ ਉਹ ਰਿਹਾ ਹੋ ਗਿਆ। ਤੁਹਾਨੂੰ ਪਤਾ ਹੈ ਕਿ ਰਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ ਨੂੰ ਹਰਾ ਕੇ ਜਿਹੜੇ ਸੀ ਉਹ MLA ਬਣੇ ਸੀ, ਤੇ ਆਮ ਆਦਮੀ ਪਾਰਟੀ ਦੇ ਵਜੋਂ ਉਹ ਵਿਧਾਇਕ ਚੁਣੇ ਗਏ ਸੀ। ਫਿਰ ਲੰਬੀ ਦੇ ਵਿੱਚ ਜਿਸ ਇਲੈਕਸ਼ਨ ਦੀ ਗੱਲ ਜਨਰਲ JJ ਸਿੰਘ ਜਸਵੰਤ ਕਰਦੇ ਨੇ ਕਿ ਲੰਬੀ ਦੇ ਵਿੱਚ ਫਿਕਸ ਮੈਚ ਸੀ ਤੇ ਪਟਿਆਲੇ ਦੇ ਵਿੱਚ ਫਿਕਸ ਮੈਚ ਸੀ, ਉਸ ਇਲੈਕਸ਼ਨ ਦੇ ਵਿੱਚ ਜਰਨੈਲ ਸਿੰਘ ਵੀ ਖੜੇ ਹੋਏ ਸਨ ਆਮ ਆਦਮੀ ਪਾਰਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ। ਪ੍ਰਕਾਸ਼ ਸਿੰਘ ਬਾਦਲ ਨੂੰ ਤਕਰੀਬਨ ਮੇਰਾ ਖਿਆਲ ਹੈ ਕਿ 65-66 ਹਜ਼ਾਰ ਵੋਟਾਂ ਮਿਲੀਆਂ ਸੀ, ਤੇ 42-44 ਹਜ਼ਾਰ ਜਿਹੜੀਆਂ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀਆਂ ਸੀ, ਤੇ 21-22 ਹਜ਼ਾਰ ਜਿਹੜੀਆਂ ਸੀ ਉਹ ਜਰਨੈਲ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਮਿਲੀਆਂ ਸੀ। ਹੁਣ ਇੱਥੇ ਮੈਂ ਇੱਕ ਹੋਰ ਗੱਲ ਕਰ ਦੇਵਾਂ, ਆਮ ਤੌਰ ਤੇ ਸਾਡੇ ਕਈ MP ਜਿਹੜੇ ਹਨ ਉਹ ਵਿਧਾਨ ਸਭਾ ਲੜਨ ਬੈਠ ਜਾਂਦੇ ਨੇ, ਤੇ ਜਦੋਂ ਕਿਤੇ ਜੇ ਹਾਰ ਜਾਣ ਤੇ ਖਰੀ, ਜੇ ਜਿੱਤ ਜਾਣ ਤਾਂ ਖਰੀ ਵਾਵਾ, ਜੇ ਹਾਰ ਜਾਣ ਤੇ ਜਿੱਥੇ ਜਿਹੜੀ ਸੀਟ ਤੇ ਪਹਿਲਾਂ ਹੁੰਦੇ ਨੇ, ਜੇ ਉਹ MP ਪਹਿਲਾਂ ਹੁੰਦੇ ਨੇ ਤੇ ਉਹ MP ਬਣੇ ਰਹਿੰਦੇ ਨੇ, ਜੇ MLA ਹੁੰਦੇ ਨੇ ਤੇ MLA ਬਣੇ ਰਹਿੰਦੇ ਨੇ। ਜਰਨੈਲ ਸਿੰਘ ਨੇ ਪਹਿਲਾਂ ਰਜੌਰੀ ਗਾਰਡਨ ਵਾਲੀ ਸੀਟ ਛੱਡੀ, ਉੱਥੋਂ ਅਸਤੀਫਾ ਦਿੱਤਾ, ਤੇ ਫਿਰ ਉੱਥੋਂ ਜਿਹੜੇ ਸੀ ਲੰਬੀ ਤੋਂ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ। ਜਰਨੈਲ ਸਿੰਘ ਨੇ ਇਲੈਕਸ਼ਨ ਲੜੀ, ਤੇ ਬਾਅਦ ਵਿਵਾਦ ਜਦੋਂ ਇਸ ਲੈਵਲ ਤੇ ਬੰਦਾ ਕੋਈ ਚੱਲਦਾ ਤੇ ਜੁੜ ਜਾਂਦੇ ਨੇ ਉਸ ਦੇ ਨਾਲ, ਉਹਨਾਂ ਦੇ ਕਈ ਨਜ਼ਦੀਕੀ ਵੀ ਉਹਨਾਂ ਤੋਂ ਕੋਈ ਕਿਸੇ ਗੱਲੋਂ ਨਾਰਾਜ਼ ਹੋਣ। ਯੰਗ ਸਨ, 48 ਕੁ ਸਾਲ ਦੀ ਸਾਰੀ ਉਹਨਾਂ ਦੀ ਉਮਰ ਸੀ ਜਰਨੈਲ ਸਿੰਘ ਦੀ, ਤੇ ਜਰਨੈਲ ਸਿੰਘ ਨਾਲ ਵਾਦ ਥੋੜਾ ਜਿਹਾ ਉਦੋਂ ਵੱਧ ਗਿਆ ਜਦੋਂ ਜਰਨੈਲ ਸਿੰਘ ਨੇ ਇੱਕ ਕੋਈ ਵਿਵਾਦਗ੍ਰਸਤ ਜਿਹੜੇ ਸੀ ਹਿੰਦੂ ਦੇਵੀ ਦੇਵਤਿਆਂ ਬਾਰੇ ਕੁਝ ਬਿਆਨ ਦੇ ਦਿੱਤਾ, ਜਾਂ ਫੋਨ ਦੇ ਵਿੱਚੋਂ ਕੁਝ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤਾ, ਤੇ ਜਦੋਂ ਉਹ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਫਿਰ ਆਪਣੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਸੀ। ਹਾਲਾਂਕਿ ਅੱਜ ਉਹਨਾਂ ਦੀ ਮੌਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਤੇ ਉਹਨਾਂ ਦੇ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ। ਇਹ ਕਈ ਗੱਲਾਂ ਵੱਲ ਸੰਕੇਤ ਕਰਦਾ ਸਾਨੂੰ। ਜਰਨੈਲ ਸਿੰਘ ਨੇ ਥੋੜੀ ਉਮਰ ਦੇ ਵਿੱਚ ਨਾਮ ਬਣਾਇਆ, ਤੇ 84 ਦੇ ਦੰਗਿਆਂ ਨੂੰ ਉਸਨੇ ਪਿੰਡੇ ਤੇ ਨਾ ਹਟਾਇਆ ਹੋਵੇ, ਪਰ ਪਿੰਡੇ ਤੇ ਹਟਾਉਣਾ ਇਸ ਤਰ੍ਹਾਂ ਵੀ ਹੁੰਦਾ, ਇਹ ਨਹੀਂ ਕਿ ਉਸਨੇ ਕੋਈ ਮਾਰ ਖਾਧੀ ਹੋਵੇ ਉਸ ਮੌਕੇ ਤੇ, ਪਰ ਜਿਸ ਦੇ ਪਰਿਵਾਰਕ ਮੈਂਬਰ ਮਾਰੇ ਗਏ ਹੋਣ, ਜਿਸ ਨੇ ਅੱਖਾਂ ਦੇ ਸਾਹਮਣੇ ਦੇਖਿਆ ਹੋਵੇ ਛੋਟੇ ਹੁੰਦਿਆਂ ਉਹ ਕਤਲੇਆਮ, ਤੇ ਉਸ ਨੂੰ ਪਿੰਡੇ ਤੇ ਹਟਾਉਣਾ ਹੀ ਆਖ ਸਕਦੇ ਹਾਂ। ਜਰਨੈਲ ਸਿੰਘ ਨੇ ਵੇਖਿਆ ਤੇ ਆਵਾਜ਼ ਉਠਾਈ, ਇਹ ਤੇ ਅੱਜ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ। ਇਸ ਭਿਆਨਕ ਬਿਮਾਰੀ ਦੇ ਕਾਰਨ ਸਾਡੇ ਲਈ ਸਬਕ ਵੀ ਹੈ ਕਿ ਬਿਮਾਰੀ ਜਿਹੜੀ ਹੈ ਛੱਡ ਨਹੀਂ ਰਹੀ ਕਿਸੇ ਨੂੰ, ਇਸ ਵਿੱਚ ਉਮਰ ਦਾ ਵੀ ਬਹੁਤਾ ਲਿਹਾਜ਼ ਨਹੀਂ ਹੈ, ਇਸ ਤੋਂ ਬਚਣਾ ਹੀ ਸਭ ਤੋਂ ਵੱਡੀ ਗੱਲ ਹੈ। ਤੇ ਜਰਨੈਲ ਸਿੰਘ ਨੂੰ ਅਸੀਂ ਸਲੂਟ ਕਰਦੇ ਹਾਂ, ਜਿੰਨਾ ਵੀ ਉਹਨਾਂ ਨੇ ਕੰਮ ਕੀਤਾ ਹੈ। ਬਹੁਤ ਸਾਰੇ ਲੋਕ ਜੋ ਬਹੁਤ ਵੱਡੀਆਂ ਗੱਲਾਂ ਕਰਦੇ ਨੇ, ਦਮਗਜੇ ਮਾਰਦੇ ਨੇ, ਉਹ ਕੁਝ ਵੀ ਨਹੀਂ ਜਿੰਨਾ ਉਹਨਾਂ ਨੇ ਕੀਤਾ, ਉਹਦੇ ਪਾਸਕ ਵੀ ਨਹੀਂ ਕਰ ਸਕੇ, ਤੇ ਜਰਨੈਲ ਸਿੰਘ ਨੇ ਉਹ ਕੰਮ ਕੀਤਾ ਹੈ। ਔਰ ਮੈਂ ਇੱਕ ਗੱਲ ਉਹਨਾਂ ਦੀ ਹੋਰ ਦੱਸ ਦੇਵਾਂ ਕਿ ਉਹ ਭਾਵੇਂ ਕਿ ਉਹ ਵਿਧਾਇਕ ਬਣ ਗਏ ਹੋਣ ਜਾਂ ਉਹ ਮੁੜ ਕੇ ਕਿਤੇ ਇਲੈਕਸ਼ਨ ਲੜੀ ਹੋਵੇ, ਆਮ ਆਦਮੀ ਪਾਰਟੀ ਨੇ ਦੂਜੀ ਵਾਰੀ ਉਹਨਾਂ ਨੂੰ ਟਿਕਟ ਨਹੀਂ ਸੀ ਦਿੱਤੀ, ਕਿਉਂਕਿ ਉਹ ਥੋੜਾ ਜਿਹਾ ਉਹਨਾਂ ਦਾ ਜਿਹੜਾ ਸੀ ਪਾਰਟੀ ਦੇ ਵਿੱਚ ਉਸ ਤਰ੍ਹਾਂ ਦਾ ਹਿਸਾਬ ਕਿਤਾਬ ਨਹੀਂ ਸੀ ਰਿਹਾ। ਆਮ ਆਦਮੀ ਪਾਰਟੀ ਦਾ ਵੈਸੇ ਵੀ ਇਸ ਤਰ੍ਹਾਂ ਦਾ ਖਲਾਰਾ ਜਿਹਾ ਪੈ ਗਿਆ ਸੀ ਪੰਜਾਬ ਦੇ ਵਿੱਚ ਖਾਸ ਤੌਰ ਤੇ, ਤੇ ਇਹ ਥੋੜੀ ਜਿਹੀ ਗੱਲਬਾਤ ਹੋਈ ਹੈ। ਪਰ ਓਵਰਆਲ ਜਿਹੜੀ ਹੈ ਉਹਨਾਂ ਦੇ ਵਿੱਚ ਇੱਕ ਤਿਆਗ ਦੀ ਭਾਵਨਾ, ਮੈਂ ਜਿਹੜੀ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਮੈਂ ਉੱਥੇ ਖਤਮ ਕਰਨੀ ਚਾਹਾਂਗਾ ਕਿ ਤਿਆਗ ਦੀ ਭਾਵਨਾ ਸੀ। ਇਸ ਲੈਵਲ ਦਾ ਪੱਤਰਕਾਰ ਜਿਸ ਦੇ ਚਿਦੰਬਰਮ ਦੇ ਨਾਲ ਜਿਸ ਨੂੰ ਪੁੱਛਣ ਦਾ ਸਵਾਲ ਮੌਕਾ ਮਿਲਿਆ ਹੋਵੇ, ਜਾਂ ਤੇ ਉਹ ਇਸ ਤਰ੍ਹਾਂ ਤਿਆਗ ਕਰ ਦੇਵੇ ਸਾਰੀਆਂ ਚੀਜ਼ਾਂ ਦਾ, ਤੇ ਇਸ ਤਰ੍ਹਾਂ ਆਪਣੀ ਵਿਧਾਇਕੀ ਛੱਡ ਦੇਵੇ, ਉਸ ਵਿੱਚ ਤਿਆਗ ਦੀ ਭਾਵਨਾ ਸੀ, ਭਾਵੇਂ ਕਿ ਉਹ ਇਮੋਸ਼ਨਲ ਸੀ ਜਿਵੇਂ ਵੀ ਸੀ। ਔਰ ਪੰਜਾਬੀ ਜਿਹੜੀ ਅਕਾਦਮੀ ਹੈ ਦਿੱਲੀ ਦੀ, ਉਸ ਦੇ ਪ੍ਰਧਾਨ ਵੀ ਰਹੇ ਨੇ ਜਰਨੈਲ ਸਿੰਘ, ਤੇ ਬਹੁਤ ਅੱਛੇ ਬੁਲਾਰੇ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਸੇਵਾਵਾਂ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਦਿੱਲੀ ਹਾਈ ਕੋਰਟ ਬੜੀ ਖਿਜੀ ਫਿਰਦੀ ਅੱਜ ਕੱਲ, ਕੀ ਹੋ ਗਿਆ ਜੀ ਉਹਨੂੰ? ਜਦੋਂ ਤੁਸੀਂ ਕਿਸੇ ਨੂੰ ਫੋਨ ਕਰਦੇ ਹੋ ਸਵੇਰੇ ਉੱਠ ਕੇ, ਖਾਸ ਤੌਰ ਤੇ ਸਵੇਰੇ ਪਹਿਲੇ 3-4 ਫੋਨ, ਜਾਂ ਦਿਨ ਵੇਲੇ ਵੀ ਕਈ ਵਾਰੀ, नया साल 2021 कोविड वैक्सीन के रूप में आपके लिए एक आशा की किरण लेकर आया, ਤੇ ਹੋਰ ਪਤਾ ਨਹੀਂ ਕੀ ਕੁਛ ਉਹ ਬੀਬੀ ਜੀ ਆਖ ਜਾਂਦੇ ਨੇ, ਤੇ ਪੱਲੇ ਵੀ ਨਹੀਂ ਪੈਂਦਾ ਜੀ। ਤੇ ਬੰਦਾ ਖਿੱਚ ਜਾਂਦਾ, ਯਾਰ ਮੈਂ ਬੜੇ ਜ਼ਰੂਰੀ ਕੰਮ ਨੂੰ ਫੋਨ ਲਾਇਆ ਸੀ ਕਿਸੇ ਨੂੰ, ਪਹਿਲਾਂ ਇਹ ਸੁਣਨਾ ਪੈ ਰਿਹਾ, ਤੇ ਫੇਰ ਪਤਾ ਨਹੀਂ ਕਾਲ ਮਿਲਣੀ ਵੀ ਕਿ ਨਹੀਂ ਮਿਲਣੀ, ਕੱਟ ਕੇ ਬੰਦਾ ਦੂਜੀ ਵਾਰੀ ਲਾਉਂਦਾ ਤੇ ਫੇਰ ਉਹ ਸੁਣਨਾ ਪੈਂਦਾ। ਅੱਛਾ, ਉਹ ਤੇ ਇੱਕ ਗੱਲ ਹੈ। ਹੁਣ ਦਿੱਲੀ ਹਾਈ ਕੋਰਟ ਦੇ ਇਹ ਗੱਲ ਕੀਤੀ ਹੈ, ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹਨਾਂ ਨੇ ਝਾੜ ਝੰਬ ਕੀਤੀ ਹੈ ਸਰਕਾਰਾਂ ਦੀ, ਇਹ ਸਾਡੇ ਤੋਂ ਲੁਕੀ ਛਿਪੀ ਨਹੀਂ। ਦਿੱਲੀ ਹਾਈ ਕੋਰਟ ਨੇ ਇਹ ਗੱਲ ਆਖੀ ਹੈ ਵੀ ਜੇ ਤੁਹਾਡੇ ਕੋਲ ਲੋਕਾਂ ਦੇ ਲਾਉਣ ਵਾਸਤੇ ਟੀਕੇ ਨਹੀਂ,
ਤੇ ਤੁਸੀਂ ਲੋਕਾਂ ਨੂੰ ਵਾਪਸ ਮੋੜ ਰਹੇ ਹੋ। ਤੁਸੀਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚੋਂ ਟੀਕੇ ਵਾਪਸ ਮੰਗਵਾ ਲਏ ਨੇ, ਸਰਕਾਰੀ ਕੇਂਦਰਾਂ ਤੇ ਲੱਗ ਰਹੇ ਨੇ। ਤੇ ਤੁਸੀਂ ਕਦੀ ਕਹਿ ਰਹੇ ਹੋ ਕਿ ਕਈ ਸਟੇਟਾਂ ਕਹਿ ਰਹੀਆਂ ਨੇ ਕਿ ਸਾਨੂੰ 18 ਤੋਂ 45 ਸਾਲ ਦੀ ਉਮਰ ਵਰਗ ਦੇ ਲੋਕਾਂ ਦੇ ਲਾਉਣ ਵਾਸਤੇ ਸਾਡੇ ਕੋਲ ਟੀਕੇ ਖਤਮ ਹੋ ਗਏ ਨੇ। ਡੋਰ ਤੋਂ ਲੋਕਾਂ ਨੂੰ ਮੋੜਿਆ ਜਾ ਰਿਹਾ ਹੈ, ਰਜਿਸਟ੍ਰੇਸ਼ਨ ਨਹੀਂ ਹੋ ਰਹੀ, ਤੇ ਤੁਸੀਂ ਇਹ ਕਾਲਰ ਟਿਊਨ ਕਿਉਂ ਸੁਣਾ ਰਹੇ ਹੋ? ਉਹ ਕਹਿੰਦੇ ਜੀ ਇਹਦਾ ਮਤਲਬ ਕੀ ਹੈ? ਦਿੱਲੀ ਹਾਈ ਕੋਰਟ ਨੇ ਜਿਹੜੀਆਂ ਗੱਲਾਂ ਆਖੀਆਂ ਨੇ, ਗੱਲਾਂ ਵਾਕਈ ਇਹ ਜਿਹੜੀਆਂ ਸੀਰੀਅਸ ਨੇ, ਕਿ ਮਤਲਬ ਕੀ ਬਣਦਾ ਹੈ ਕਿ ਤੁਸੀਂ ਜੇ ਤੁਸੀਂ ਕਿਸੇ ਨੂੰ ਟੀਕਾ ਲਾ ਨਹੀਂ ਸਕਦੇ ਤੇ ਫਿਰ ਬਾਰ-ਬਾਰ ਉਹਨੂੰ ਇਹ ਕਹਿਣਾ ਕਿ ਤੁਸੀਂ ਟੀਕਾ ਲਗਵਾਓ, ਜਲਦੀ ਲਗਵਾਓ, ਇਹਦੇ ਨਾਲ ਇਸ ਤਰ੍ਹਾਂ ਹੋਵੇਗਾ, ਇਸ ਤਰ੍ਹਾਂ, ਤੇ ਕਿੱਥੋਂ ਲਵਾ ਲੈਣ ਲੋਕ? ਤੇ ਹੁਣ ਹਾਈ ਕੋਰਟ ਨੇ ਕਿਹਾ ਕਿ ਜਾਂ ਤਾਂ ਤੁਸੀਂ ਇਹ ਕਹੋ ਕਿ ਟੀਕੇ ਜਿਹੜੇ ਆ ਉਹ ਕਿੱਥੇ ਕਿੱਥੇ ਹਨ ਤੇ ਕਦੋਂ ਆ ਰਹੇ ਨੇ, ਸਾਨੂੰ ਕੋਈ ਡੇਟੇ, ਕੋਈ ਅੰਕੜਾ ਤਾਂ ਦਿਓ ਜਿਸ ਨਾਲ ਲੋਕਾਂ ਨੂੰ ਅਸੀਂ ਦੱਸ ਸਕੀਏ, ਜਾਂ ਲੋਕਾਂ ਨੂੰ ਦੱਸੋ ਕਿ ਫਲਾਨੀ ਜਗ੍ਹਾ ਤੋਂ ਲਵਾਓ ਜਾਂ ਨੇੜੇ। ਹੁਣ ਦੇਖੋ 5ਵਾਂ ਮਹੀਨਾ ਜਾ ਰਿਹਾ, ਮਈ ਮਹੀਨੇ ਦੀ ਸੰਗਰਾਂਦ ਹੈ, ਅੱਜ ਸੰਗਰਾਂਦ ਹੈ ਤੇ ਅੱਧਾ ਸਾਲ ਤਕਰੀਬਨ ਜਿਹੜਾ ਲੰਘ ਚੁੱਕਾ ਹੈ, ਤੇ ਅਸੀਂ ਉਹੀ ਮੈਸੇਜ ਜਿਹੜਾ ਹੈ ਬਾਰ-ਬਾਰ ਪਲੇ ਕਰ ਰਹੇ, ਜਿਹੜਾ ਜਨਵਰੀ ਦੇ ਵਿੱਚ ਇਸ ਲਈ ਫੋਨਾਂ ਦੇ ਵਿੱਚ ਪਾਇਆ ਗਿਆ ਸੀ। ਤਿਆਰੀ ਤਾਂ ਸਾਡੀ ਇੰਨੀ ਕੁ ਹੈ। ਹੁਣ ਅਦਾਲਤ ਵੀ ਇਸ ਗੱਲੋਂ ਖਿੱਚ ਗਈ ਹੈ, ਪਰ ਸਾਡੇ ਮੰਤਰੀ ਸਾਹਿਬਾਨ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਇੱਕ ਬਿਆਨ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਸਦਾਨੰਦ ਗੌੜਾ ਨੇ, ਉਹਨਾਂ ਨੇ ਕੇਂਦਰੀ ਜਿਹੜੇ ਨੇ ਖਾਦ ਮੰਤਰੀ ਨੇ, ਉਹਨਾਂ ਨੂੰ ਜਦੋਂ ਪੁੱਛਿਆ ਕਿ ਉਹ ਕਿਉਂ ਨਹੀਂ, ਟੀਕਿਆਂ ਦਾ ਕੰਮ ਕਿਉਂ ਨਹੀਂ ਹੋ ਰਿਹਾ ਤੇ ਸਰਕਾਰ ਦੀ ਝਾੜ ਝੱਬ ਹੋ ਰਹੀ ਹੈ ਤੇ ਤੁਸੀਂ ਕੁਝ ਕਰ ਕਿਉਂ ਨਹੀਂ ਰਹੇ, ਉਹਨਾਂ ਨੇ ਮੂਹਰੋਂ ਪੁੱਠਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਬੰਗਲੌਰ ਦੇ ਵਿੱਚੋਂ ਗਏ ਹੋਏ ਸੀ, ਵੀਰਵਾਰ ਨੂੰ ਉਹਨਾਂ ਨੇ ਗੱਲ ਕੀਤੀ ਹੈ ਕਿ ਜੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਟੀਕੇ ਨਹੀਂ ਬਣ ਰਹੇ ਜਾਂ ਨਹੀਂ ਲੱਗ ਰਹੇ ਤੇ ਫਿਰ ਅਸੀਂ ਫਾਹਾ ਲਾ ਲਈਏ। ਇਹ ਬੜੀ ਅਜੀਬੋ-ਗਰੀਬ ਗੱਲ ਹੈ ਕਿ ਤੁਸੀਂ ਇੱਕ ਮੰਤਰੀ ਜਿਹੜਾ ਹੈ ਕੇਂਦਰੀ ਇਸ ਤਰ੍ਹਾਂ ਦਾ ਬਿਆਨ ਦੇ ਰਿਹਾ ਖਿੱਚ ਕੇ, ਤੇ ਸਰਕਾਰ ਦੂਸਰੇ ਪਾਸੇ ਅਦਾਲਤ ਨੂੰ ਇਸ ਤਰ੍ਹਾਂ ਦੀ ਝਾੜ ਝੰਬ ਕਰ ਰਹੀ ਹੈ। ਉਹ ਭਾਈ ਸਰਕਾਰ ਨੇ ਨਹੀਂ ਜੀ ਇਸ ਗੱਲ ਦਾ ਧਿਆਨ ਰੱਖਣਾ ਕਿ ਟੀਕੇ ਪੂਰੇ ਬਣ ਰਹੇ ਨੇ ਜਾਂ ਨਹੀਂ ਬਣ ਰਹੇ, ਤੇ ਫਿਰ ਹੋਰ ਕਿਹਨੇ ਰੱਖਣਾ? ਇਹ ਲੋਕਾਂ ਦੇ ਟੀਕੇ ਲਾਉਣ ਦੀ ਤੇ ਟੀਕੇ ਪੈਦਾ ਕਰਨ ਦੀ, ਉਹਨਾਂ ਨੂੰ ਪ੍ਰੋਡਿਊਸ ਕਰਨ ਦੀ ਤੇ ਲੋਕਾਂ ਤੱਕ ਉਹਨਾਂ ਦੇ ਪਹੁੰਚਾਉਣ ਦੀ ਜ਼ਿੰਮੇਵਾਰੀ ਫਿਰ ਹੋਰ ਕਿਹਦੀ ਹੈ? ਤੇ ਮੰਤਰੀ ਸਾਹਿਬ ਕਹਿ ਰਹੇ ਨੇ ਫਿਰ ਅਸੀਂ ਫਾਹਾ ਲਾ ਲਈਏ। ਇਹ ਕੋਈ ਗੱਲ ਥੋੜ੍ਹਾ ਕਰਨ ਵਾਲੀ। ਸੋ ਕੋਰਟਾਂ ਵੀ ਖਿਜੀਆਂ ਹੋਈਆਂ ਨੇ। ਲੋਕਾਂ ਨੂੰ ਅਗਰ ਇਸ ਨਾਜ਼ੁਕ ਮੌਕੇ ਤੇ ਸਰਕਾਰ ਕੋਈ ਚੰਗਾ ਸੁਨੇਹਾ ਦੇ ਸਕਦੀ ਹੈ ਤੇ ਉਹ ਅੰਕੜਿਆਂ ਦੇ ਰੂਪ ਵਿੱਚ ਦੱਸੇ ਕਿ ਭਾਈ ਫਲਾਨੀ ਜਗ੍ਹਾ ਤੋਂ ਇੰਨੇ ਟੀਕੇ ਜਿਹੜੇ ਹਨ ਉਹ ਉਪਲਬਧ ਹੋ ਜਾਣਗੇ ਤੇ ਤੁਸੀਂ ਹੁਣ ਲਗਾਉਣੇ ਸ਼ੁਰੂ ਕਰ ਦਿਓ। ਪਹਿਲਾਂ ਲੋਕਾਂ ਦੇ ਮਨ ਵਿੱਚ ਸ਼ੰਕੇ ਸਨ, ਹੁਣ ਸ਼ੰਕੇ ਖਤਮ ਹੋ ਰਹੇ ਨੇ ਤੇ ਬਹੁਤੇ ਲੋਕ ਲਵਾਉਣ ਨੂੰ ਤਿਆਰ ਨਹੀਂ ਤੇ ਉਹਨਾਂ ਕੋਲ ਟੀਕੇ ਨਹੀਂ। ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਟੀਕੇ ਖਤਮ ਹੋ ਗਏ ਜੀ। ਇਹ ਬਾਕੀ ਹੁਣ ਟੀਕੇ ਜਿਹੜੇ ਹਨ ਉਹ ਕਈ ਹੋਰ ਕੰਪਨੀਆਂ ਨੇ ਜਿਹੜੇ ਨੇ ਉਹ ਹਾਂ ਕੀਤੀ ਹੈ, ਜਿਸ ਵਿੱਚ ਰਸ਼ੀਆ ਤੋਂ ਟੀਕੇ ਜਿਹੜੇ ਨੇ ਭਾਰਤ ਪਹੁੰਚ ਗਏ ਨੇ। ਪੰਜਾਬੀ ਵਿੱਚ ਜਾਂ ਹਿੰਦੀ ਵਿੱਚ ਅਸੀਂ ਇਸਨੂੰ ਸਪੁਤਨਿਕ ਕਹਿ ਦਿੰਦੇ ਹਾਂ, ਵੈਸੇ ਸਪੁਟਨਿਕ ਹੈ, ਉਹਨੂੰ ਕਿਵੇਂ ਵੀ ਪ੍ਰੋਨਾਂਸ ਕਰ ਲਓ, ਪਰ ਉਹ ਟੀਕੇ ਭਾਰਤ ਦੇ ਵਿੱਚ ਆ ਰਹੇ ਨੇ। ਤੇ ਨਾਲ ਇੱਕ ਦੋ ਚੰਗੀਆਂ ਖਬਰਾਂ ਇਹ ਵੀ ਨੇ ਕਿ ਭਾਰਤ ਦਾ ਜਿਹੜਾ ਸਵਦੇਸ਼ੀ ਬਿਲਕੁਲ ਆਪਣਾ ਟੀਕਾ ਹੈ ਕੋਵੈਕਸਿਨ, ਉਸ ਦੇ ਬਾਰੇ ਜਿਹੜੇ ਹਨ ਚੰਗੇ ਰਿਜ਼ਲਟ ਆ ਰਹੇ ਨੇ ਕਿ ਉਹ ਛੋਟੀ ਉਮਰ ਦੇ ਲੋਕਾਂ ਨੂੰ ਲਾਉਣ ਦੇ ਵਿੱਚ ਜ਼ਿਆਦਾ ਬਿਹਤਰ ਸਾਬਤ ਹੋ ਰਿਹਾ। ਜੀ ਬਿਲਕੁਲ ਸਾਹਿਬ, ਅਮਿਤਾਭ ਬੱਚਨ ਨੇ ਜਿਹੜਾ 2 ਕਰੋੜ ਰੁਪਈਆ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਦਿੱਤਾ, ਉਹਨੂੰ ਲੈ ਕੇ ਬੜਾ ਰੌਲਾ ਪੈ ਰਿਹਾ, ਕੀ ਹੈ ਜੀ ਪੂਰਾ ਮਾਮਲਾ? ਸਵਲੀਨ ਜੀ, ਖਾਸ ਕਰਕੇ ਸਿੱਖ ਧਰਮ ਨੂੰ ਆਪਾਂ ਨਵੀਨਤਮ ਧਰਮ ਮੰਨਦੇ ਬਾਕੀ ਧਰਮਾਂ ਦੇ ਮੁਕਾਬਲੇ। ਗੁਰੂ ਦੇ ਦੁਆਰ ਤੇ ਆਣ ਕੇ ਜਦੋਂ ਕੋਈ ਨਤਮਸਤਕ ਹੋ ਜਾਂਦਾ ਆ ਤੇ ਉੱਥੇ ਬਾਕੀ ਜਿਹੜੀਆਂ ਸਾਰੀਆਂ ਗੱਲਾਂ ਉਹ ਪਿੱਛੇ ਰਹਿ ਜਾਂਦੀਆਂ ਆ। ਆਪਾਂ ਦੇਖਦੇ ਕਿ ਜਿਸ ਤਰ੍ਹਾਂ ਕੋਵਿਡ ਦਾ ਦੌਰ ਚੱਲਦਾ ਆ ਤੇ ਦਿੱਲੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਿੱਖ ਸੰਸਥਾਵਾਂ ਨੇ, ਜਿੰਨਾ ਪਿਛਲੇ ਕਹਿ ਸਕਦੇ ਅੰਦੋਲਨ ਦਾ ਵੀ ਰੱਖ ਲਈ, ਅੰਦੋਲਨ ਨੂੰ ਵਿੱਚ ਜੋੜ ਲਈ ਆਪਾਂ, ਤੇ ਜਿੰਨੀ ਦਿੱਲੀ ਦੀਆਂ ਸਿੱਖ ਸੰਸਥਾਵਾਂ ਨੇ ਅੰਦੋਲਨ ਦੀ ਮਦਦ ਕੀਤੀ ਆ ਤੇ ਕੋਵਿਡ ਦੇ ਵਿੱਚ ਪਿਛਲੇ 1 ਸਾਲ ਤੋਂ ਲੈ ਕੇ ਹੁਣ ਦੇ ਚੱਲਦੇ ਸਮੇਂ ਤੱਕ ਜਿੰਨਾ ਲੋਕਾਂ ਨੇ ਸਾਥ ਦਿੱਤਾ ਆ, ਸ਼ਾਇਦ ਹੀ ਦੁਨੀਆ ਦੇ ਇਤਿਹਾਸ ਵਿੱਚ ਕੋਈ ਇਦਾਂ ਦੀਆਂ ਸੰਸਥਾਵਾਂ ਹੋਣਗੀਆਂ ਜਾਂ ਇਦਾਂ ਦਾ ਧਰਮ ਹੋਊਗਾ ਜਿਹੜਾ ਆਪਣੇ ਮੋਢਿਆਂ ਦੇ ਉੱਤੇ ਅੱਜ ਵੀ ਦਿੱਲੀ ਦੀਆਂ ਸੜਕਾਂ ਤੇ ਸਿਲੰਡਰ ਆਕਸੀਜਨ ਦੇ ਚੁੱਕੀ ਫਿਰਦਾ ਆ, ਜਿੱਥੇ ਕਿ ਇੱਕ ਜਿਹੜਾ ਮਰੀਜ਼ ਆ ਉਹ ਆਕਸੀਜਨ ਤੋਂ ਬਿਨਾਂ ਤੜਫ ਕੇ ਆਪਣੀਆਂ ਜਾਨਾਂ ਦੇ ਰਹੇ ਆ। ਭਾਰਤ ਦੇ ਜਿੱਥੇ ਵੀ ਹਿੱਸੇ ਵਿੱਚ ਸਿੱਖ ਕਮਿਊਨਿਟੀ ਬੈਠੀ ਆ ਤੇ ਉਹਨਾਂ ਨੇ ਆਪਣੀਆਂ ਸਿਹਤਾਂ ਦਾ, ਆਪਣੇ ਪਰਿਵਾਰਾਂ ਨੂੰ ਬਿਲਕੁਲ ਅਣਗੌਲਿਆਂ ਕਰਕੇ, ਆਪਣੀ ਸਿਹਤ ਨੂੰ ਵੀ ਅਣਗੌਲਿਆਂ ਕਰਕੇ ਏਦਾਂ ਦੇ ਦੀਆਂ ਸੇਵਾਵਾਂ ਦਿੱਤੀਆਂ ਆ ਕਿ ਜਿੱਥੇ ਉਹਨੀ ਕੋਈ ਕਿਸੇ ਤਰ੍ਹਾਂ ਦੀ ਨਾ ਖਾਣ ਪੀਣ ਦੀ, ਲੰਗਰ ਦੀ ਤੇ ਨਾ ਆਕਸੀਜਨ ਦੀ ਜੋ ਸੇਵਾ ਬਣ ਸਕਦੀ ਸੀ ਉਹਨੇ ਕੀਤੀ ਆ। ਇਸੇ ਮੁਹਿੰਮ ਤੋਂ ਦੇਖਦੇ ਹੋਏ ਅਮਿਤਾਭ ਬੱਚਨ ਜਿਹੜੇ ਕਿ ਇਸ ਵੇਲੇ ਭਾਰਤ ਦੇ ਬਹੁਤ ਵੱਡੇ ਮਤਲਬ ਫਿਲਮੀ ਕਲਾਕਾਰ ਆ, ਤੇ ਉਹਨਾਂ ਨੇ ਕੋਈ 2 ਕਰੋੜ ਦਾ ਜਿਹੜਾ ਚੈੱਕ ਆ ਉਹ ਦਿੱਲੀ ਸਿੱਖ ਗੁਰਦੁਆਰੀ ਪ੍ਰਬੰਧਕ ਕਮੇਟੀ ਜਿਹੜੀ ਉਹਨੂੰ ਦਿੱਤਾ। ਮਨਜਿੰਦਰ ਸਿਰਸਾ ਜੀ ਉਹਦੇ ਪ੍ਰੈਜ਼ੀਡੈਂਟ ਆ, ਇਹਨਾਂ ਨੇ ਲੈ ਵੀ ਲਿਆ
ਲੈਣ ਤੋਂ ਬਾਅਦ ਉਹ ਮਸਲਾ ਇਦਾਂ ਦਾ ਹੋ ਗਿਆ ਵੀ ਉਹ ਅਮਿਤਾਭ ਬੱਚਨ ਦਾ ਜਦੋਂ ਆਪਾਂ ਪਿਛਲਾ ਪਿਛੋਕੜ ਦੇਖਦੇ ਹਾਂ, ਇਹ ਸੰਜੇ ਗਾਂਧੀ ਦੇ ਤਾਂ ਰਾਜੀਵ ਗਾਂਧੀ ਦੇ ਕਾਫੀ ਇਹ ਨੇੜੇ ਰਹਿਣ ਵਾਲਾ ਪਰਿਵਾਰ ਸੀ, ਜਾਂ ਉਸ ਵੇਲੇ ਇਹਨਾਂ ਦੀ ਇਕੱਠੀ ਯਾਰੀ ਦੋਸਤੀ ਸੀ। ਉਸ ਵੇਲੇ ਜਦੋਂ 84 ਦਾ ਕਤਲੇਆਮ ਹੁੰਦਾ ਤਾਂ ਬਹੁਤ ਸਾਰੀਆਂ ਸਟੇਟਮੈਂਟ ਇਦਾਂ ਦੀਆਂ ਜਦੋਂ ਕਿ ਅਮਿਤਾਭ ਬੱਚਨ ਨੇ ਸਿੱਖ ਕਮਿਊਨਿਟੀ ਦੇ ਖਿਲਾਫ ਆਪਣੀਆਂ ਸਟੇਟਮੈਂਟਾਂ ਦਿੱਤੀਆਂ ਆ। ਉਹ ਸਟੇਟਮੈਂਟਾਂ ਦੇ ਆਧਾਰ ਤੇ ਬੀਬੀ ਨਿਰਪ੍ਰੀਤ ਕੌਰ ਤੇ ਸਤਨਾਮ ਸਿੰਘ ਪੀਰ ਮੁਹੰਮਦ ਫੈਡਰੇਸ਼ਨ ਵਾਲੇ ਜਿਹੜੇ ਹੈਗੇ ਆ, ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਜੀ ਨੂੰ ਈਮੇਲ ਕੀਤੀ ਤੇ ਫੋਨ ਕਾਲ ਤੇ ਵੀ ਇਸ ਗੱਲ ਦਾ ਇਤਰਾਜ਼ ਉਠਾਇਆ ਕਿ ਜਿਸ ਆਦਮੀ ਨੇ ਸਿੱਖ ਧਰਮ ਦੇ ਖਿਲਾਫ ਪਹਿਲਾਂ ਜਦੋਂ ਕਹਿ ਸਕਦੇ ਆ ਕਿ ਕਤਲੇਆਮ ਹੋਇਆ, ਉਸ ਵੇਲੇ ਏਦਾਂ ਦੀ ਭੂਮਿਕਾ ਨਿਭਾਈ ਹੋਵੇ ਵੀ ਸਿੱਖਾਂ ਦੇ ਖਿਲਾਫ ਵਾਲੀ, ਤੇ ਅੱਜ ਉਹ ਬੰਦਾ 2 ਕਰੋੜ ਰੁਪਏ ਦਾ ਮਦਦ ਦੇ ਕੇ ਤੇ ਅੱਜ ਉਹ ਆਪਣੀ ਵਾਹ ਖੱਟ ਰਿਹਾ ਆ। ਗੱਲ ਇੱਥੇ ਆਣ ਕੇ ਖੜ ਗਈ ਆ ਵੀ ਜੇ ਉਸ ਇਨਸਾਨ ਨੇ ਕੋਈ ਦਾਨ ਕੀਤਾ ਵੀ ਸੀ ਤੇ ਉਹਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਗੱਲ ਲਈ ਪ੍ਰਚਾਰ ਦਾ ਸਾਧਨ ਨਹੀਂ ਸੀ ਬਣਾਉਣਾ ਚਾਹੀਦਾ, ਜੋ ਸਿੱਖ ਵਿਦਵਾਨਾਂ ਵੱਲੋਂ ਇਸ ਵੇਲੇ ਇਤਰਾਜ਼ ਉਠਾਇਆ ਜਾ ਰਿਹਾ। ਗੋਲਕ ਦੇ ਵਿੱਚ ਕੋਈ ਵੀ ਆਪਣਾ ਦਾਨ ਪਾ ਕੇ ਜਾ ਸਕਦਾ ਆ, ਇਸ ਗੱਲ ਤੋਂ ਕਦੀ ਵੀ ਗੁਰੂ ਪੀਰਾਂ ਨੇ ਜਾਂ ਸਾਡੇ ਜਿਹੜੇ ਧਾਰਮਿਕ ਆਗੂ ਉਹਨਾਂ ਨੇ ਇਨਕਾਰ ਨਹੀਂ ਕੀਤਾ, ਪਰ ਉਸ ਚੀਜ਼ ਨੂੰ ਆਪਣੇ ਸਮਾਜਿਕ ਜੀਵਨ ਲਈ, ਆਪਣੇ ਮਤਲਬ ਕਹਿ ਸਕਦੇ ਆ ਵਿਨੇਤਾ ਜੀਵਨ ਲਈ, ਆਪਣੇ ਸੋਸ਼ਲ ਮੀਡੀਆ ਦੇ ਉੱਤੇ ਉਸ ਗੱਲ ਨੂੰ ਪ੍ਰਚਾਰ ਕਰਨਾ, ਆਪਣੇ ਕੱਦ ਨੂੰ ਉੱਚਾ ਦਿਖਾਉਣ ਲਈ ਵੀ ਮੈਂ ਸਿੱਖਾਂ ਨੂੰ ਉੱਥੇ 2 ਕਰੋੜ ਦੀ ਜਿਹੜੀ ਆ ਰਾਸ਼ੀ ਦਾਨ ਚ ਦਿੱਤੀ ਆ, ਉਹਦੇ ਤੇ ਵੱਖ-ਵੱਖ ਜਥੇਬੰਦੀਆਂ ਨੇ, ਵੱਖ-ਵੱਖ ਵਿਦਵਾਨਾਂ ਨੇ ਇਤਰਾਜ਼ ਉਠਾਏ ਆ। ਗਿਆਨੀ ਹਰਪ੍ਰੀਤ ਜੀ ਨੂੰ ਇਸ ਵੇਲੇ ਜਿਹੜੀ ਉਹ ਮਨਜਿੰਦਰ ਸਿੰਘ ਸਿਰਸਾ ਦੀ ਸ਼ਿਕਾਇਤ ਵੀ ਪਹੁੰਚ ਗਈ ਆ ਬਈ ਸਿਰਸਾ ਨੇ ਵੀ ਉਹਦੇ ਗੁਣਗਾਨ ਕੀਤੇ ਆ ਅਮਿਤਾਭ ਬੱਚਨ ਦੇ, ਤੇ ਗਿਆਨੀ ਹਰਪ੍ਰੀਤ ਜੀ ਇਸ ਵੇਲੇ ਵਿਦੇਸ਼ੀ ਦੌਰੇ ਤੇ ਹਨ। ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦੇ ਉੱਤੇ ਕੀ ਫੈਸਲਾ ਗਿਆਨੀ ਹਰਪ੍ਰੀਤ ਜੀ ਲੈਂਦੇ ਆ, ਅਕਾਲ ਤਖਤ ਦੇ ਜਥੇਦਾਰ ਵੀ ਤੇ ਬੀਬੀ ਜਗੀਰ ਕੌਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ, ਉਹਨਾਂ ਨੇ ਵੀ ਇਸ ਗੱਲ ਤੇ ਇਤਰਾਜ਼ ਉਠਾਇਆ ਕਿ ਮਨਜਿੰਦਰ ਸਿਰਸਾ ਨੂੰ ਅਮਿਤਾਭ ਬੱਚਨ ਦੀ ਇਸ ਗੱਲ ਤੇ ਤਾਰੀਫ ਨਹੀਂ ਸੀ ਕਰਨੀ ਚਾਹੀਦੀ ਤੇ ਇਹ ਪੈਸੇ ਜਿਵੇਂ ਕਿ ਨਹੀਂ ਸੀ ਲੈਣੇ ਚਾਹੀਦੇ ਜਾਂ ਨਹੀਂ ਸੀ ਲੈਣੇ, ਇਹਨੂੰ ਸਿੱਖ ਧਰਮ ਦੇ ਵਿੱਚ ਜਾਂ ਲੰਗਰ ਦੇ ਵਿੱਚ ਜਾਂ ਇਹਨਾਂ ਸਵਾਮਾਂ ਵਿੱਚ ਨਹੀਂ ਸੀ ਵਰਤਿਆ ਜਾਣਾ ਚਾਹੀਦਾ। ਨਾਲ ਹੀ ਮਨਜੀਤ ਸਿੰਘ ਜੀਕੇ ਜਿਹੜੇ ਕਿ ਪਹਿਲਾਂ ਬਾਦਲ ਅਕਾਲੀ ਦਲ ਦੇ ਬਹੁਤ ਵੱਡੇ ਸਿਰਕੱਢ ਆਗੂ ਰਹੇ ਆ, ਇਸ ਵੇਲੇ ਉਹ ਪਾਰਟੀ ਦੇ ਵਿੱਚੋਂ ਬਾਹਰ ਨੇ ਤੇ ਆਪਣਾ ਨਵਾਂ ਧੜੇ ਦੇ ਅਧੀਨ ਕੰਮ ਕਰ ਰਹੇ ਆ। ਉਹਨਾਂ ਨੇ ਵੀ ਕਿਹਾ ਵੀ ਜੇਕਰ ਅਸੀਂ ਜਿਹੜੀ ਦਿੱਲੀ ਮੈਨੇਜਮੈਂਟ ਕਮੇਟੀ ਦੀ ਬਾਗ ਸੱਤਾ ਸੰਭਾਲਦੇ ਆ ਤੇ ਅਸੀਂ ਇਹ 2 ਕਰੋੜ ਰੁਪਈਆ ਵਾਪਸ ਕਰਾਂਗੇ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਭਖਦਾ ਬਣੂਗਾ। ਸਿੱਖ ਸਿਆਸਤ ਦੇ ਵਿੱਚ ਵੱਖ-ਵੱਖ ਐਂਗਲ ਤੋਂ ਇਹਨੂੰ ਦੇਖਿਆ ਜਾ ਰਿਹਾ। ਇੱਕ ਧੜਾ ਤੇ ਇਹ ਕਹਿ ਰਿਹਾ ਵੀ ਗੁਰੂ ਘਰ ਲਈ ਕੋਈ ਦਾਨ ਕਰਦਾ ਆ ਤੇ ਦਾਨ ਕਰਨ ਤੋਂ ਕਿਸੇ ਨੂੰ ਮਨਾ ਨਹੀਂ ਕੀਤਾ ਜਾ ਸਕਦਾ। ਦੂਸਰਾ ਇੱਕ ਗਰੁੱਪ ਉਹ ਦੇਖਿਆ ਜਾ ਰਿਹਾ ਕਿ ਕਤਲੇਆਮ ਦੇ ਵਿੱਚ ਜਿਸ ਇਨਸਾਨ ਨੇ ਸਿੱਖਾਂ ਦੇ ਵਿਰੁੱਧ ਬਹੁਤ ਵੱਡਾ ਆਪਣਾ ਰੋਲ ਅਦਾ ਕੀਤਾ ਹੋਵੇ ਤੇ ਉਹਦਾ ਪੈਸਾ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਨੂੰ ਜਾਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਲੈਣਾ ਚਾਹੀਦਾ। ਇਹ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਇਸ ਤੇ ਮਤ ਹਨ। ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਗਿਆਨੀ ਹਰਪ੍ਰੀਤ ਜੀ ਇਸ ਤੇ ਕੀ ਫੈਸਲਾ ਲੈਂਦੇ। ਜੀ ਕੁਲਦੀਪ ਜੀ, ਜੇ ਹਰਿਆਣੇ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਤੇ ਉਹਨਾਂ ਨੇ ਬੜੀ ਕਸੂਤੀ ਜਿਹੀ ਗੱਲ ਕਹਿਤੀ ਹੈ। ਸਵਲੀਨ ਜੀ, ਜੇ ਤਾਂ ਮਨੋਹਰ ਲਾਲ ਖੱਟਰ ਦੀ ਗੱਲ ਕਰੀਏ ਤਾਂ ਮੈਂ ਬਿਲਗਾ ਸਾਹਿਬ ਨਾਲ ਥੋੜੀ ਜਿਹੀ ਗੱਲਬਾਤ ਕਰਨੀ ਚਾਹਾਂਗਾ। ਜੋ ਇਸ ਵੇਲੇ ਕਿਸਾਨ ਮੋਰਚਾ, ਸਿੰਘੂ ਮੋਰਚਾ ਜੋ ਖਾਸ ਤੌਰ ਤੇ ਲੱਗਾ ਹੋਇਆ ਹੈ ਤੇ ਟਿਕਰੀ ਤੇ ਵੀ ਇਹ ਇੰਨਾ ਵੱਡਾ ਸੰਘਰਸ਼ ਬਣ ਜਾਣਾ ਤੇ ਇਸ ਦਾ ਪੰਜਾਬ ਦੇ ਟੋਲ ਪਲਾਜ਼ਿਆਂ ਤੋਂ ਉੱਠ ਕੇ ਤੇ ਦਿੱਲੀ ਦੇ ਬਾਰਡਰ ਤੇ ਇਸ ਤਰ੍ਹਾਂ ਪਹੁੰਚ ਜਾਣਾ, ਇਸ ਗੱਲ ਲਈ ਜੇ ਕਿਸੇ ਇੱਕ ਨੂੰ ਸ਼ਾਬਾਸ਼ ਦੇਣੀ ਹੋਵੇ, ਇੱਕੋ ਨੂੰ, ਮਤਲਬ ਵੈਸੇ ਕੁਲੈਕਟਿਵਲੀ ਤੇ ਕਈਆਂ ਨੂੰ ਹੋ ਸਕਦੀ ਹੈ ਤੇ ਉਹ ਸਿਰਫ ਮਨੋਹਰ ਲਾਲ ਖੱਟਰ ਦੀ ਸ਼ਾਬਾਸ਼ ਜਿਹੜੀ ਬਣਦੀ ਹੈ। ਉਹ ਇਸ ਕਰਕੇ ਕਿ ਮਨੋਹਰ ਲਾਲ ਖੱਟਰ ਜੀ ਜਿਹੜਾ ਆ ਉਹ ਨਾ ਉੱਥੇ ਜਾ ਕੇ ਸ਼ੰਭੂ ਦੇ ਉੱਤੇ ਰੋਕਦੇ ਤੇ ਨਾ ਕਿਸਾਨ ਇਸ ਤਰ੍ਹਾਂ ਇਕੱਠੇ ਹੋ ਕੇ ਪੈਂਦੇ ਤੇ ਨਾ ਉਹ ਜਿਹੜਾ ਸੀ ਇਸ ਤਰ੍ਹਾਂ ਨਾਕਾ ਉੱਥੇ ਲੱਗਦਾ ਤੇ ਦੁਨੀਆ ਦੇ ਵਿੱਚ ਇਹ ਬਰਾੜ ਰੂਪ ਧਾਰਨ ਕਰਦਾ ਇਹ ਅੰਦੋਲਨ। ਮਨੋਹਰ ਲਾਲ ਖੱਟਰ ਜਿਹੜੇ ਬੜੇ ਅਜੀਬੋ-ਗਰੀਬ ਵਿਅਕਤੀ ਨੇ। ਇੱਕ ਤਾਂ ਮੈਂ ਦੱਸ ਦੇਵਾਂ ਕਿ ਜਦੋਂ ਪਹਿਲੀ ਵਾਰੀ ਉਹ ਮੁੱਖ ਮੰਤਰੀ ਬਣੇ ਨੇ ਹਰਿਆਣੇ ਦੇ ਤੇ ਕਿਸੇ ਨੂੰ ਪਤਾ ਨਹੀਂ ਸੀ, ਇਲੈਕਸ਼ਨ ਜਿੱਤੀ ਭਾਰਤੀ ਜਨਤਾ ਪਾਰਟੀ ਨੇ ਤੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਮਨੋਹਰ ਲਾਲ ਖੱਟਰ ਜਿਹੜੇ ਨੇ ਉਹ ਮੁੱਖ ਮੰਤਰੀ ਬਣ ਸਕਦੇ ਨੇ। ਇੱਕ ਆਮ ਜਿਹੇ ਵਿਅਕਤੀ ਨੇ, ਪੰਜਾਬੀ ਬੈਕਗਰਾਊਂਡ ਤੋਂ ਨੇ, ਪਰ RSS ਦੇ ਪੱਕੇ ਪ੍ਰਚਾਰਕ ਤੇ ਪੱਕੇ ਸਮਰਥਕ ਬੜੇ ਲੰਬੇ ਸਮੇਂ ਤੋਂ ਹਨ ਤੇ ਉਹਨਾਂ ਨੂੰ ਮੁੱਖ ਮੰਤਰੀ ਜਿਹੜਾ ਸੀ ਉਠਾ ਕੇ ਉਹਨਾਂ ਦੇ ਇੱਕ ਛੋਟੇ ਜਿਹੇ ਘਰ ਤੋਂ ਜਿਹੜਾ ਸੀ ਉਹ ਹਰਿਆਣੇ ਦੇ ਬਣਾ ਦਿੱਤਾ ਗਿਆ। ਉਹਨਾਂ ਦੇ ਰਾਜ ਭਾਗ ਦੇ ਦੌਰਾਨ ਪਿਛਲੇ 5 ਸਾਲਾਂ ਦੇ ਵਿੱਚ ਬਹੁਤ ਕੁਝ ਹੋਇਆ, ਮਾੜਾ ਚੰਗਾ ਹੋਇਆ, ਪਰ ਕਦੇ ਵੀ ਜਿਸ ਦੇ ਵਿੱਚ ਇੱਕ ਦੋ ਪ੍ਰਮੁੱਖ ਗੱਲਾਂ, ਜਾਟ ਅੰਦੋਲਨ ਨੂੰ ਲਾ ਲਈਏ ਤੇ ਦੂਸਰਾ ਰਾਮ ਰਹੀਮ ਨੂੰ ਜਿਸ ਦਿਨ ਸਜ਼ਾ ਹੋਈ ਤਾਂ ਉੱਥੇ ਇੰਨੇ ਜ਼ਿਆਦਾ ਲੋਕਾਂ ਦਾ ਮਾਰੇ ਜਾਣਾ ਜਿਹੜਾ ਸੀ, ਉਸ ਗੱਲ ਤੇ ਕੋਈ ਜਵਾਬਦੇਹੀ ਤੈਅ ਨਹੀਂ ਹੋਈ ਮਨੋਹਰ ਲਾਲ ਖੱਟਰ ਦੀ। ਤੇ ਮਨੋਹਰ ਲਾਲ ਖੱਟਰ, ਮੈਂ ਇੱਕ ਵਾਰੀ ਫੇਰ ਯਾਦ ਕਰਾ ਦੇਵਾਂ, ਉਹੋ ਹੀ ਵਿਅਕਤੀ ਨੇ ਜਿਹੜੇ ਕੋਈ ਸਾਲ ਪਹਿਲਾਂ ਇੱਕ ਵੀਡੀਓ ਵਿੱਚ ਕਹਿ ਰਹੇ ਸਨ, ਭਾਈ ਜੇ ਕਿਸੇ ਨੇ ਗਾਂ ਦਾ ਮਾਸ ਖਾਣਾ ਤਾਂ ਫਿਰ ਪਾਕਿਸਤਾਨ ਜਾ ਕੇ ਖਾ ਲਵੇ, ਸਾਡੇ ਦੇਸ਼ ਵਿੱਚ ਕੋਈ ਜਗ੍ਹਾ ਨਹੀਂ। ਇਸ ਤਰ੍ਹਾਂ ਦੇ ਬਿਆਨ ਉਹ ਦਿੰਦੇ ਰਹੇ ਨੇ। ਇਸ ਤਰ੍ਹਾਂ ਦਾ ਕੱਟੜਵਾਦ ਜਿਹੜਾ ਹੈ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਹੁਣ ਵੀ ਉਹ ਕੀ ਕਹਿੰਦੇ ਸੀ
ਦੇਖੋ ਜੀ, ਮੈਂ ਦਿੱਲੀ ਨਹੀਂ ਜਾਣ ਦੇਣਾ, ਦਿੱਲੀ ਜਾਣਾ ਇਸ ਤਰ੍ਹਾਂ ਕੂਚ ਕਰਨਾ ਠੀਕ ਨਹੀਂ, ਜੇ ਠੀਕ ਨਹੀਂ ਹੈ ਭਾਈ, ਜੇ ਤੁਸੀਂ ਨਹੀਂ ਠੀਕ ਸਮਝਦੇ, ਕਿਉਂ ਨਹੀਂ ਠੀਕ ਸਮਝਦੇ ਹੋ? ਲੋਕਤੰਤਰਿਕ ਹੱਕ ਦਾ ਪ੍ਰਗਟਾਵਾ ਜਿਹੜਾ ਹੈ ਕਿਸਾਨ ਉੱਥੇ ਕਰਨ ਜਾਂਦੇ, ਤੁਸੀਂ ਉਹਨਾਂ ਨੂੰ ਕਿਉਂ ਰੋਕ ਰਹੇ ਹੋ? ਤੇ ਜੇ ਉੱਥੇ ਮੁੱਢ ਵੱਜ ਗਿਆ ਅੰਦੋਲਨ ਦਾ, ਤੇ ਖੱਟੜ ਸਾਹਿਬ ਨੂੰ ਸ਼ਾਬਾਸ਼ ਹੈ। ਤੇ ਖੱਟੜ ਸਾਹਿਬ ਅੱਜ ਬੋਲ ਰਹੇ ਨੇ ਕਿ ਕਰੋਨਾ ਜਿਹੜਾ ਹੈ ਉਹ ਫੈਲ ਰਿਹਾ ਹੈ ਕਿਸਾਨ ਅੰਦੋਲਨ ਕਰਕੇ, ਕਿ ਉੱਥੋਂ ਇਕੱਠ ਦੇ ਵਿੱਚੋਂ ਕਿਸਾਨ ਆਉਂਦੇ ਨੇ ਤੇ ਪਿੰਡਾਂ ਦੇ ਵਿੱਚ ਜਿਹੜਾ ਹੈ ਉਸ ਦੀ ਲਾਗ ਫੈਲਾ ਰਹੇ ਨੇ। ਇਹ ਗੱਲ ਦੇ ਪਿੱਛੇ ਉਹਨਾਂ ਦਾ ਕੋਈ ਸਾਇੰਟੀਫਿਕ ਰੀਜ਼ਨ ਹੈ, ਕੋਈ ਆંકੜੇ ਹਨ, ਜਾਂ ਵੈਸੇ ਜਿਵੇਂ ਉਹ ਪੁਰਾਣੇ ਸਮੇਂ ਦੇ ਵਿੱਚੋਂ ਛੱਡ ਦਿੰਦੇ ਨੇ ਇਸ ਤਰ੍ਹਾਂ ਹੀ ਛੱਡ ਦਿੱਤੀ ਉਹਨਾਂ ਨੇ? ਇਹ ਗੱਲ ਚੰਗੀ ਨਹੀਂ। ਇਸ ਵਿਅਕਤੀ ਦੇ ਮੂੰਹੋਂ, ਇਸ ਮੁੱਖ ਮੰਤਰੀ ਦੇ ਮੂੰਹੋਂ ਇੱਕ ਲਫ਼ਜ਼ ਵੀ ਨਹੀਂ ਨਿਕਲਿਆ ਕਿ ਕੁੰਭ ਦਾ ਮੇਲਾ ਕਿਉਂ ਇਸ ਮੌਕੇ ਤੇ ਕਰਵਾਇਆ ਗਿਆ, ਦੂਸਰੇ ਸਟੇਟਾਂ ਵਿੱਚ ਇਲੈਕਸ਼ਨ ਰੈਲੀਆਂ ਕਿਉਂ ਇੰਨੇ ਵੱਡੇ ਪੱਧਰ ਤੇ ਕੀਤੀਆਂ ਗਈਆਂ, ਔਰ ਉੱਥੇ ਅੱਜ ਲੋਕ ਮਰਨੇ ਪਏ ਹੋਏ ਨੇ। ਪੰਜਾਬ ਹਰਿਆਣਾ ਵਿੱਚ ਤੇ ਫਿਰ ਹਾਲਾਤ ਬਿਹਤਰ ਨੇ, ਬੰਗਾਲ ਦੇ ਵਿੱਚ ਕੀ ਹਾਲ ਹੈ, ਤੇ ਤਾਮਿਲਨਾਡੂ ਦੇ ਵਿੱਚ ਕੀ ਹਾਲ ਹੈ, ਕੇਰਲਾ ਦੇ ਵਿੱਚ ਕੀ ਹਾਲ ਹੈ? ਇਹ ਗੱਲਾਂ ਕਦੀ ਮਨੋਹਰ ਖੱਟਰ ਨੇ ਕੀਤੀਆਂ? ਸਿਰਫ ਉਹਨਾਂ ਨੂੰ ਉਹਨਾਂ ਦੀ ਸੋਚ ਜਿਹੜੀ ਹੈ ਬੜੀ ਸੌੜੀ ਸੋਚ ਉਹਨਾਂ ਨੇ ਸਾਬਤ ਕੀਤੀ ਹੈ ਇਸ ਤਰ੍ਹਾਂ ਦਾ ਬਿਆਨ ਇੱਕ ਵਾਰੀ ਦੇ ਕੇ। ਬਚਕਾਨੀ ਗੱਲ ਹੈ ਜਿਹੜੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ। ਜੀ ਕੁਲਦੀਪ ਜੀ, ਵਾਪਸ ਆ ਕੇ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ। ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਸਾਹਿਬ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਸ ਵੇਲੇ ਕਿਸਾਨ ਅੰਦੋਲਨ ਦੇ ਕੀ ਹਾਲਾਤ ਨੇ, ਕਿਹੋ ਜਿਹੀ ਹੈ ਤਾਜ਼ਾ ਸਥਿਤੀ ਉੱਥੇ? ਸਵਲੀਨ ਜੀ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ 26 ਨਵੰਬਰ ਦਾ 2020 ਦਾ ਉਹ ਦਿਨ ਜਦੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਜਾ ਕੇ ਕਿਸਾਨ ਬੈਠ ਗਏ ਸੀ, ਤਾਂ ਹੌਸਲੇ ਜਿਹੜੇ ਸੀਗੇ ਉਸ ਵੇਲੇ ਚੜ੍ਹਦੀ ਕਲਾ 'ਚ ਨੇ। ਤੇ ਵੱਖ-ਵੱਖ ਸਮੇਂ ਤੇ ਕਹਿ ਸਕਦੇ ਹਾਂ ਠੰਡ ਨੇ ਵੀ ਆਪਣਾ ਪੂਰਾ ਰੂਪ ਦਿਖਾਇਆ। ਤੇ ਹੁਣ ਜਿਵੇਂ ਚੱਲ ਰਿਹਾ ਮਈ ਦਾ ਮਹੀਨਾ ਆ, ਤਾਂ ਮਈ ਦੇ ਮਹੀਨੇ ਦੇ ਵਿੱਚ ਗਰਮੀ ਨੇ ਵੀ ਆਪਣਾ ਅੱਤ ਦਾ ਜ਼ੋਰ ਜਿਹੜਾ ਦਿਖਾਇਆ। ਪਰ ਕਿਸਾਨਾਂ ਨੇ ਵਾਢੀ ਦੀ ਫਸਲ ਨੂੰ ਸਾਂਭਦੇ ਹੋਏ ਹੁਣ ਜਿਹੜੇ ਆਪਣੇ ਉੱਥੇ ਪ੍ਰਬੰਧ ਕੀਤੇ ਆ, ਜਿਹੜਾ ਤਰਪਾਲਾਂ ਸੀਗੀਆਂ, ਤਰਪਾਲਾਂ ਨੂੰ ਹੌਲੀ-ਹੌਲੀ ਕੁੱਲੀਆਂ 'ਚ ਵੰਡਿਆ, ਟਰਾਲੀਆਂ ਦੇ ਉੱਤੇ ਹੋਰ ਮਤਲਬ ਇਸ ਤਰ੍ਹਾਂ ਦਾ ਮਟੀਰੀਅਲ ਰੱਖਿਆ ਤਾਂ ਕਿ ਜਿਹੜੀ ਤਪਸ਼ ਘਟ ਸਕੇ। ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕਹਿ ਸਕਦੇ ਹਾਂ ਕਿ ਬੇਮੌਸਮੀ ਬਾਰਿਸ਼ ਹੋਈ ਆ, ਆਪਾਂ ਇਹ ਕਹਿ ਸਕਦੇ ਕਿ ਜਿਸ ਤਰ੍ਹਾਂ ਥੋੜਾ ਮੌਸਮ ਤਾਂ ਠੰਡਾ ਜ਼ਰੂਰ ਹੋਇਆ, ਪਰ ਸਵਲੀਨ ਜੀ ਜੇ ਉੱਥੇ ਦੇ ਹਾਲਾਤ ਦੇਖੇ ਜਾਣ ਤਾਂ ਬਹੁਤ ਹੀ ਜ਼ਿਆਦਾ ਇਸ ਚੀਜ਼ ਨਾਲ ਭਿਆਨਕ ਹੋ ਗਏ ਆ। ਤਰਪਾਲਾਂ ਸਾਰੀਆਂ ਹਵਾ ਦੇ ਨਾਲ ਉੱਡ ਗਈਆਂ, ਝੌਂਪੜੀਆਂ ਝੁੱਗੀਆਂ ਜਿਹੜੀਆਂ ਸੀ ਉਹ ਸਾਰੀਆਂ ਜਿਹੜੀਆਂ ਸੀ ਉਹ ਪਾਣੀ ਦੇ ਨਾਲ ਚੋ ਕੇ, ਜਿੰਨਾ ਵੀ ਖਾਣ ਪੀਣ ਵਾਲੀ ਲੰਗਰਾਂ ਦੀ ਰਸ ਸੀਗੀ ਉਹ ਵੀ ਸਾਰੀ ਇਸ ਵੇਲੇ ਗਿੱਲੀ ਹੋ ਚੁੱਕੀ ਆ। ਤੇ ਨਾਲ ਹੀ ਜਿਹੜਾ ਮੰਜਾ ਬਿਸਤਰਾ ਜਾਂ ਹੋਰ ਸਾਜੋ ਸਮਾਨ ਉੱਥੇ ਜੀਵਨ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ, ਉਹ ਸਾਰਾ ਬਿਲਕੁਲ ਭਿੱਜ ਚੁੱਕਾ ਆ। ਪਰ ਫਿਰ ਵੀ ਕਿਸਾਨ ਆਪੋ ਆਪਣੇ ਹਿਸਾਬ ਦੇ ਨਾਲ ਉਹਨੂੰ ਨਵੇਂ ਢੰਗ ਦੇ ਨਾਲ ਉਹਨੂੰ ਬਣਾ ਕੇ, ਉਹਨੂੰ ਸੁਕਾ ਕੇ ਆਪਣਾ ਜੀਵਨ ਬਸਰ ਉੱਥੇ ਕਰ ਰਹੇ ਆ, ਚੜ੍ਹਦੀ ਕਲਾ ਵਿੱਚ ਆ। ਪਰ ਹਾਲਾਤ ਜੇ ਅਸੀਂ ਆਮ ਆਪਣੀ ਜਿੱਦਾਂ ਸੁੱਖ ਸਹੂਲਤਾਂ ਘਰਾਂ 'ਚ ਛੱਡ ਕੇ ਜਾਂਦੇ ਆ, ਉਹਨਾਂ ਦੇ ਨਾਲੋਂ ਬਹੁਤ ਜ਼ਿਆਦਾ ਉੱਥੇ ਭਿਆਨਕ ਆ। ਕਿਉਂਕਿ ਪਾਣੀ ਗੋਡੇ-ਗੋਡੇ, ਕਿਉਂਕਿ ਸਾਰਾ GT ਰੋਡ ਉਹ ਅੰਡਰ ਕੰਸਟਰਕਸ਼ਨ ਆ। ਜਿਹੜੇ ਬੰਦੇ ਵੀ ਉੱਥੇ ਗਏ ਹੋਣਗੇ ਉਹਨਾਂ ਨੂੰ ਪਤਾ ਆ, ਭਾਜੀ ਕੁਲਦੀਪ ਹੁਣੀ ਵੀ ਜਾ ਕੇ ਆਏ ਆ, ਕਿਉਂਕਿ ਜਿਹੜਾ ਅੰਡਰ ਕੰਸਟਰਕਸ਼ਨ ਨੀਵਾਂ ਏਰੀਆ ਆ ਉਹ ਪਾਣੀ ਨਾਲ ਬਿਲਕੁਲ ਭਰ ਚੁੱਕਾ ਆ ਤੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈਗਾ। ਤੇ ਜਿਹੜਾ ਉੱਚਾ ਏਰੀਆ ਆ ਉੱਥੇ ਪੱਟ ਕੇ ਦੁਬਾਰਾ ਟੈਂਟ ਦੁਬਾਰਾ ਲਾਏ ਜਾ ਰਹੇ ਆ। ਬਹੁਤ ਜ਼ਿਆਦਾ ਇਸ ਵੇਲੇ ਮਿਹਨਤ ਮੁਸ਼ੱਕਤ ਕਰ ਰਹੀ ਆ ਕਿਸਾਨਾਂ ਨੂੰ। ਪਰ ਸਰਕਾਰ ਜੇ ਇਸ ਤਰ੍ਹਾਂ ਇਸ ਵੇਲੇ ਚੁੱਪ ਧਾਰੀ ਬੈਠੀ ਹੈ ਇਸ ਅੰਦੋਲਨ ਨੂੰ ਲੈ ਕੇ, ਇਹ ਬੜੀ ਹੈਰਾਨੀਕੁੰਨ ਇਸ ਵੇਲੇ ਮਾਹੌਲ ਬਣਿਆ ਹੋਇਆ। ਕਿਉਂਕਿ ਕਿਸਾਨਾਂ ਨੂੰ ਪੂਰੀ ਆਸ ਸੀ ਕਿ ਪੱਛਮੀ ਬੰਗਾਲ ਦੀ ਇਲੈਕਸ਼ਨ ਤੋਂ ਬਾਅਦ ਮੂਧੇ ਮੂੰਹ ਜਦੋਂ BJP ਡਿੱਗੂਗੀ ਤੇ ਸਾਡੇ ਨਾਲ ਗੱਲ ਕਰੂਗੀ। ਪਰ ਬੜੀ ਇਹ ਢੀਠ ਚਮੜੀ ਦੇ ਬਣੇ ਹੋਏ ਲੋਕ ਆ, ਇਹਨਾਂ ਨੇ UP 'ਚ ਵੀ ਮਾਰ ਖਾਧੀ, ਬੰਗਾਲ 'ਚ ਵੀ ਮਾਰ ਖਾਧੀ, ਤੇ ਪਰ ਫਿਰ ਵੀ ਕਿਸਾਨਾਂ ਦੇ ਨਾਲ ਹਜੇ ਤੱਕ ਜਿਹੜੀ ਆ ਗੱਲਬਾਤ ਜਾਰੀ ਨਹੀਂ ਹੋਈ ਹੈਗੀ। ਤੇ ਇਸ ਨੂੰ ਲੈ ਕੇ ਲੱਗਦਾ ਕਿ ਕਿਸਾਨਾਂ ਨੇ ਹੁਣ ਜਿਹੜੀਆਂ ਤਿਆਰੀਆਂ ਆ ਅਗਲੇ ਆਉਣ ਵਾਲੇ 6 ਮਹੀਨੇ ਦੀਆਂ ਪੂਰੀਆਂ ਕਰ ਲਈਆਂ। ਕਹਿ ਸਕਦੇ ਹਾਂ ਕਿ ਬਾਰਿਸ਼ ਦੇ ਨਾਲ ਥੋੜਾ ਬੜਾ ਉੱਥੇ ਨੁਕਸਾਨ ਹੋਇਆ, ਪਰ ਇਦਾਂ ਦੀਆਂ ਗੱਲਾਂ ਦੇ ਵਿੱਚੋਂ ਕਿਸਾਨ ਜਿਹੜੀ ਜਥੇਬੰਦੀਆਂ ਨਿਕਲ ਕੇ ਅੱਗੇ ਜਾਣ ਨੂੰ ਤਿਆਰ ਖੜੀਆਂ ਹਨ। ਕੁਲਦੀਪ ਜੀ, ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਪੰਜਾਬ ਕਾਂਗਰਸ ਦੇ ਵਿੱਚ ਬੜਾ ਕਾਟੋ ਕਲੇਸ਼ ਚੱਲ ਰਿਹਾ, ਤੇ ਕਿੱਥੋਂ ਤੱਕ ਪਹੁੰਚੀ ਇਹਨਾਂ ਦੀ ਲੜਾਈ ਅਜੇ ਤੱਕ? ਲੜਾਈ ਅਜੇ ਕਿਸੇ ਪਾਸੇ ਨਹੀਂ ਲੱਗੀ ਤੇ ਲੱਗਣੀ ਵੀ ਨਹੀਂ, ਜਿਸ ਤਰ੍ਹਾਂ ਦਾ ਖਲਾਰਾ ਉਹਨਾਂ ਨੇ ਪਾ ਲਿਆ। ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਤੇ ਕਈ ਦਿਨਾਂ ਤੋਂ ਬੋਲ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਵੀ ਇੱਕ ਅੱਧੀ ਵਾਰੀ ਬੋਲੇ ਨੇ, ਤੇ ਫਿਰ ਉਹਨਾਂ ਨੇ ਆਪਣੇ ਜਰਨੈਲ ਜਿਹੜੇ ਨੇ, ਉਹਨਾਂ ਦੇ ਜਿਹੜੇ ਬਹੁਤੇ ਹਮਦਰਦ ਨੇ ਮੰਤਰੀ ਜਾਂ MLA, ਉਹਨਾਂ ਨੇ ਥੋੜੀ ਸ਼ਾਬਾਸ਼ ਦਿੱਤੀ ਕਿ ਤੁਸੀਂ ਹੁਣ ਨਵਜੋਤ ਸਿੱਧੂ ਨੂੰ ਜਵਾਬ ਦਿਓ। ਤੇ ਉਹ ਵੀ ਧੜੇ ਬਣ ਕੇ ਸਾਹਮਣੇ ਆਏ, ਤੇ ਕਈਆਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਨਵਜੋਤ ਸਿੱਧੂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਜਾਵੇ ਤੇ ਅਨੁਸ਼ਾਸਨੀ ਕਾਰਵਾਈ ਉਸ ਤੇ ਕੀਤੀ ਜਾਵੇ। ਹਾਲਾਂਕਿ ਕੋਈ ਇਹੋ ਜਿਹੀ ਕਾਰਵਾਈ ਨਹੀਂ ਹੋਈ ਤੇ ਹਾਈ ਕਮਾਂਡ ਨੇ ਸਿੱਧਾ ਮੈਸੇਜ ਦਿੱਤਾ ਕਿ ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਨ ਵਾਲੇ। ਤੇ ਨਵਜੋਤ ਸਿੱਧੂ ਨੇ ਦੱਸਿਆ ਜਾਂਦਾ ਹੈ ਕਿ ਖਾਤੇ ਮੀਟਿੰਗਾਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿਸੇ ਨੂੰ ਕਿ ਮੇਰਾ ਤੇ ਵਾਅਦਾ ਹੈ ਗਾਂਧੀ ਫੈਮਿਲੀ ਦੇ ਨਾਲ, ਮੈਂ ਕਾਂਗਰਸ ਪਾਰਟੀ ਨੂੰ ਛੱਡ ਕੇ ਕਿਤੇ ਨਹੀਂ ਜਾ ਰਿਹਾ। ਜਦਕਿ ਬਹੁਤੇ ਲੋਕ ਉਮੀਦ
ਲਾਈ ਬੈਠੇ ਸਨ ਕਿ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੱਧੂ ਵਾਸਤੇ ਹੁਣ ਕੋਈ ਜਗ੍ਹਾ ਨਹੀਂ। ਤੇ ਨਵਜੋਤ ਸਿੱਧੂ ਜਦੋਂ ਤੋਂ ਸਿੱਧੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਵੱਲ, ਤੇ ਉਹ ਪਿੱਛੇ ਨਹੀਂ ਹਟ ਰਹੇ। ਤੇ ਹਾਈ ਕਮਾਂਡ ਨੇ ਕਹਿੰਦੇ ਨੇ ਕਿ ਆਖ ਦਿੱਤੀ ਹੈ ਗੱਲ ਆਪਣੇ ਮੰਤਰੀਆਂ ਨੂੰ ਤੇ ਐਮਐਲਏਜ਼ ਨੂੰ, ਵਿਧਾਇਕਾਂ ਨੂੰ, ਕਿ ਤੁਸੀਂ ਭਾਈ ਕੋਈ ਜ਼ਾਬਤੇ ਦਾ ਖਿਆਲ ਰੱਖੋ, ਤੁਸੀਂ ਬਿਆਨਬਾਜ਼ੀ, ਬੇਤੁਕੀ ਬਿਆਨਬਾਜ਼ੀ ਤੋਂ ਬੰਦ ਕਰੋ। ਦੁਨੀਆ ਕਰੋਨਾ ਦੇ ਨਾਲ ਜੂਝ ਰਹੀ ਹੈ, ਮੌਤਾਂ ਹੋ ਰਹੀਆਂ ਨੇ, ਇੰਨੇ ਬਿਮਾਰ ਪਏ ਨੇ, ਆਕਸੀਜਨ ਦੀ ਕਮੀ ਹੈ, ਸਾਰੀਆਂ ਗੱਲਾਂ ਨੇ, ਤੇ ਤੁਸੀਂ ਆਪਣਾ ਕਾਟੋ ਕਲੇਸ਼ ਲੈ ਕੇ ਬਹਿ ਗਏ। ਔਰ ਦਲਿਤ ਪੱਤਾ ਵੀ ਖੇਡਿਆ ਜਾ ਰਿਹਾ ਹੈ, ਉਹਨਾਂ ਦੀ ਹੁਣ ਗੱਲਬਾਤ ਚੱਲ ਰਹੀ ਹੈ। ਤੇ ਇਹ ਵੀ ਗੱਲਬਾਤ ਵਿੱਚੋਂ ਸਾਹਮਣੇ ਆਈ ਹੈ ਕਿ ਕੈਪਟਨ ਸਾਹਿਬ ਜਿਹੜੇ ਨੇ ਕੈਬਨਿਟ ਦੇ ਵਿੱਚ ਫੇਰ ਬਦਲ ਕਰ ਸਕਦੇ ਨੇ। ਕਈ ਧੜੇ ਉੱਪਰ ਕੇ ਸਾਹਮਣੇ ਆ ਰਹੇ ਨੇ, ਪਰ ਹਾਲ ਦੀ ਘੜੀ ਕੈਪਟਨ ਹੀ ਸਭ ਤੋਂ ਸਟਰੋਂਗ ਨਜ਼ਰ ਆ ਰਹੇ ਨੇ। ਤੇ ਨਵਜੋਤ ਸਿੱਧੂ ਜੋ ਤਕਰੀਬਨ ਰੋਜ਼ ਹੀ ਕੁਝ ਨਾ ਕੁਝ ਬੋਲ ਰਹੇ ਨੇ, ਤੇ ਹੁਣ ਵੀ ਅੱਜ ਵੀ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਕੁਝ ਗੱਲਾਂ ਬਾਤਾਂ ਕੀਤੀਆਂ ਨੇ। ਉਹਨਾਂ ਨੇ ਬਾਦਲ ਸਰਕਾਰ ਤੇ ਵੀ, ਜਿਹੜੀ ਪਿਛਲੀ ਬਾਦਲ ਸਰਕਾਰ ਸੀ, ਉਸ ਤੇ ਵੀ ਹਮਲੇ ਕੀਤੇ ਨੇ, ਅਕਾਲੀਆਂ ਤੇ ਹਮਲੇ ਕੀਤੇ। ਬਹਿਬਲ ਕਲਾਂ ਗੋਲੀकांड, ਕੋਟਕਪੂਰਾ ਗੋਲੀकांड ਦੇ ਬਾਰੇ ਤੇ ਬੇਅਦਬੀ ਕਾਂਡ ਦੇ ਬਾਰੇ ਉਹ ਲਿਖਦੇ ਨੇ ਕਿ ਇਸ ਦੇ ਵਿੱਚ ਸਰਕਾਰ ਨੂੰ ਜਿਹੜੀ ਜਵਾਬਦੇਹੀ ਹੈ ਉਹ ਤੈਅ ਕਰਨੀ ਪਵੇਗੀ। ਸਰਕਾਰ ਨੇ ਅਜੇ ਤੱਕ ਦੋਸ਼ੀਆਂ ਤੇ ਕੇਸ ਕਿਉਂ ਨਹੀਂ ਦਰਜ ਕੀਤੇ, ਜਦਕਿ ਉਹਨਾਂ ਕੋਲ ਕਾਫੀ ਸਬੂਤ ਸਨ। ਤੇ ਫਿਰ ਉਹਨਾਂ ਨੇ ਇੱਕ ਕਾਨੂੰਨ ਦੀ ਇੱਕ ਧਾਰਾ ਦਾ ਵੀ ਹਵਾਲਾ ਦਿੱਤਾ, ਜਿੱਥੇ ਜਿਹੜਾ ਸੀ ਉਹ ਦੋਸ਼ੀਆਂ ਨੂੰ ਕਾਬੂ ਕਰ ਸਕਦੇ ਸਨ, ਭਾਵੇਂ ਉਹਨਾਂ ਕੋਲ ਬਹੁਤੇ ਪੁਖਤਾ ਸਬੂਤ ਨਹੀਂ ਸੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ। ਉਹਨਾਂ ਨੇ ਨਾਲ ਹੀ ਗੱਲ ਕਹਿ ਦਿੱਤੀ ਹੈ ਕਿ ਅਕਾਲੀ ਦਲ ਨੇ ਖਮਿਆਜ਼ਾ ਭੁਗਤ ਲਿਆ, ਤੇ ਸਾਨੂੰ ਇਹਨਾਂ ਗੱਲਾਂ ਦਾ ਖਮਿਆਜ਼ਾ ਜਿਹੜਾ ਹੈ ਆਉਂਦੀਆਂ ਵੋਟਾਂ ਦੇ ਵਿੱਚ ਭੁਗਤਣਾ ਪੈ ਸਕਦਾ ਹੈ ਜੇ ਅਸੀਂ ਕੋਈ ਸਹੀ ਫੈਸਲਾ ਨਾ ਲਿਆ। ਸੋ ਹੁਣ ਨਵਜੋਤ ਸਿੱਧੂ ਲਗਾਤਾਰ ਇਹ ਗੱਲਾਂ ਕਰਦੇ ਜਾ ਰਹੇ ਨੇ, ਤੇ ਹਾਈ ਕਮਾਂਡ ਨੇ ਆਪਣੇ ਵਿਧਾਇਕ ਜਾਂ ਮੰਤਰੀ ਤੇ ਚੁੱਪ ਕਰਾ ਦਿੱਤੇ ਨੇ। ਤੇ ਉਹ ਨਵਜੋਤ ਸਿੱਧੂ ਨੂੰ ਤੇ ਕੈਪਟਨ ਸਾਹਿਬ ਨੂੰ ਕਿਵੇਂ ਚੁੱਪ ਕਰਾਉਣਗੇ, ਇਹ ਸਵਾਲ ਆਉਣ ਵਾਲੇ ਦਿਨਾਂ ਵਿੱਚ ਖੜਾ ਹੋਵੇਗਾ। ਪਰ ਨਾਲ ਦੀ ਨਾਲ ਇੱਕ ਗੱਲ ਸਾਬਤ ਹੋ ਰਹੀ ਹੈ ਕਿ ਕੈਪਟਨ ਸਾਹਿਬ ਆਪਣਾ ਹੀ ਜਿਹੜਾ ਕੰਮਕਾਜ ਕਰਦੇ ਜਾ ਰਹੇ ਨੇ। ਤੇ ਅੱਜ ਉਹਨਾਂ ਨੇ ਈਦ ਦੇ ਮੌਕੇ ਤੇ ਜਿਹੜਾ ਹੈ ਮਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ ਦਾ ਜਿਹੜਾ ਉਹਨਾਂ ਨੇ ਐਲਾਨ ਕੀਤਾ, ਤੇ ਇੱਕ ਕਿਸਮ ਦਾ ਮੁਸਲਮਾਨ ਭਾਈਚਾਰੇ ਨੂੰ ਖੁਸ਼ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ। ਜੀ ਬਿਲਗਾ ਸਾਹਿਬ, ਤੁਸੀਂ ਇਸ ਕਲੇਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਵਲੀਨ ਜੀ, ਕਲੇਸ਼ ਇਹ ਜਿਹੜਾ ਹੈਗਾ ਇਸ ਵੇਲੇ, ਇਹ ਕਾਂਗਰਸ ਦਾ ਕਲੇਸ਼ ਨਹੀਂ ਹੈਗਾ। ਇਹ ਕਲੇਸ਼ ਦਾ ਜਿਹੜਾ ਤਕਲੀਫ ਆ ਉਹ ਹਰ ਪੰਜਾਬੀ ਨੂੰ ਆ। ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਇਸ ਲਈ ਨਹੀਂ ਸੀ ਕੁਰਸੀ ਤੇ ਬਿਠਾਇਆ ਕਿ ਜਦੋਂ ਅਸੀਂ ਕਿਸੇ ਬਿਮਾਰੀ ਨਾਲ, ਮਹਾਮਾਰੀ ਦੇ ਨਾਲ ਜੂਝ ਰਹੇ ਹੋਵਾਂਗੇ ਤੇ ਤੁਸੀਂ ਉਸ ਵੇਲੇ ਆਪਣੀਆਂ ਕੁਰਸੀਆਂ ਦਾ ਰੌਲਾ ਪਾ ਕੇ ਭੇਜਿਓ। ਜਿੰਨੀਆਂ ਮੀਟਿੰਗਾਂ ਇਸ ਵੇਲੇ ਕਾਂਗਰਸ ਪਾਰਟੀ ਦੇ ਵਿਧਾਇਕ, ਕਾਂਗਰਸ ਪਾਰਟੀ ਦੇ ਲੀਡਰ ਉਹ ਕੰਮਾਂ ਲਈ ਕਰ ਰਹੇ ਆ ਕਿ ਕਿਹਦੀ ਕੁਰਸੀ ਬਚਾਉਣੀ ਕਿੱਦਾਂ ਆ, ਤੇ ਕੈਪਟਨ ਦੀ ਕੁਰਸੀ ਨੂੰ ਕਿਸ ਤਰ੍ਹਾਂ ਅਸੀਂ ਢਾਹ ਕਿੱਦਾਂ ਨਹੀਂ ਲੱਗਣ ਦੇਣੀ, ਤੇ ਦੂਜਾ ਧੜਾ ਕਹਿੰਦਾ ਵੀ ਕੈਪਟਨ ਨੂੰ ਅਸੀਂ ਕੁਰਸੀ ਤੇ ਬੈਠਣ ਨਹੀਂ ਦੇਣਾ। ਇਹ ਮੀਟਿੰਗਾਂ ਜਿਹੜੀਆਂ ਆ, ਕਿਤੇ ਇਹ ਮੀਟਿੰਗਾਂ ਇਸ ਦੌਰ 'ਚ ਲੋਕਾਂ ਨਾਲ ਇਦਾਂ ਦੀਆਂ ਕੀਤੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਕੋਵਿਡ ਦੀ ਬਿਮਾਰੀ ਤੋਂ ਪੰਜਾਬੀਆਂ ਨੂੰ ਕਿੱਦਾਂ ਬਚਾਉਣਾ ਆ। ਮੀਟਿੰਗ ਇਸ ਕੰਮ ਲਈ ਕੀਤੀ ਹੁੰਦੀ ਕਿ ਪੰਜਾਬ ਦਾ ਭਵਿੱਖ ਇਸ ਵੇਲੇ ਨੌਜਵਾਨੀ ਆ, ਅਸੀਂ ਉਹਨੂੰ ਕਿਸ ਤਰ੍ਹਾਂ ਅੱਗੇ ਆਉਣ ਵਾਲੇ ਅਸਾਰੂ ਰਾਹ ਤੇ ਤੋਰਨਾ ਆ। ਜਾਂ ਮੀਟਿੰਗਾਂ ਇਸ ਲਈ ਹੁੰਦੀਆਂ ਕਿ ਜਿਹੜੇ ਸਾਡੇ ਗਰੀਬ ਲੋਕ ਆ ਜਾਂ ਜਿਹੜੇ ਮਜ਼ਦੂਰ ਲੋਕ ਆ, ਇਸ ਬਿਮਾਰੀ ਦੇ ਵਿੱਚ ਜਿਹੜੇ 200-300 ਰੁਪਇਆ ਦਿਹਾੜੀ ਕਰਨ ਵਾਲੇ ਆ, ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿੱਦਾਂ ਕਰਦੇ ਆ, ਉਸ ਢੰਗ ਦੇ ਨਾਲ ਕੋਈ ਮੀਟਿੰਗ ਹੁੰਦੀ। ਤੇ ਅੱਜ ਇਹਨਾਂ ਦੀਆਂ ਕਾਂਗਰਸ ਦੀਆਂ ਮੀਟਿੰਗਾਂ ਨੂੰ ਅਸੀਂ ਵੀ ਸ਼ਾਬਾਸ਼ ਦਿੰਦੇ ਤੇ ਹੋਰ ਲੋਕ ਵੀ ਸ਼ਾਬਾਸ਼ ਦਿੰਦੇ। ਗੱਲ ਆਪਾਂ ਕਰੀਏ ਕਿ ਇਹਨਾਂ ਦਾ ਕਾਟੋ ਕਲੇਸ਼ ਜਿਹੜਾ ਚੱਲ ਰਿਹਾ ਆ, ਉਹ ਅੱਗੇ ਲੱਗ ਰਿਹਾ ਸੀ, ਕੁਲਦੀਪ ਜੀ ਵੀ ਸਹਿਮਤ ਹੋਣਗੇ ਮਹੀਨਾ ਕੁ ਪਹਿਲਾਂ, ਵੀ ਇਹ ਦੋ ਹੀ ਧੜੇ ਆ, ਇੱਕ ਕੈਪਟਨ ਧੜਾ, ਇੱਕ ਸਿੱਧੂ ਧੜਾ। ਪਰ ਹੁਣ ਇਹ ਧੜੇ ਦੋ ਨਹੀਂ ਰਹਿ ਗਏ ਸਲੀਨ ਜੀ, ਧੜੇ ਇਸ ਵੇਲੇ 4 ਉੱਭਰਦੇ ਹੋਏ ਨਜ਼ਰ ਆ ਰਹੇ ਆ, ਜਿਹਦੇ ਵਿੱਚ ਕੈਪਟਨ ਤੇ ਸਿੱਧੂ ਨੂੰ ਛੱਡ ਕੇ ਆਪਾਂ ਦੇਖੀਏ ਤੇ ਇੱਕ ਧੜਾ ਉਹ ਆ ਰਵਨੀਤ ਬਿੱਟੂ ਆ, ਜਿਹਦੇ ਵਿੱਚ ਬਾਜਵਾ ਆ, ਜਿਹਦੇ ਵਿੱਚ ਉਹ ਬਾਕੀ ਹੋਰ ਵੀ ਆ ਜਿਹੜੇ ਚਾਹੁੰਦੇ ਆ ਕਿ ਇਹਨਾਂ ਦੇ ਕਾਟੋ ਕਲੇਸ਼ ਜਿਹੜਾ ਦੂਲੋ ਵਾਲਾ, ਮਤਲਬ ਕਹਿਣ ਦਾ ਉਹ ਇਹ ਚਾਹੁੰਦੇ ਆ ਵੀ ਨਾ ਕੈਪਟਨ ਨੂੰ ਲੋਕਾਂ ਨੇ ਲਾ ਕੇ ਥੱਲੇ ਸੁੱਟ ਦੇਣਾ, ਕਿਉਂਕਿ ਬੇਅਦਬੀ ਕਾਂਡ ਦੇ ਵਿੱਚ ਕੈਪਟਨ ਦਾ ਪੱਖ ਜਿਹੜਾ ਆ ਇਸ ਵੇਲੇ ਬਾਦਲਾਂ ਦੇ ਹੱਕ ਦੇ ਵਿੱਚ ਜਾਂਦਾ ਦਿਸਦਾ ਆ। ਦੂਸਰਾ ਕਿ ਕੁਛ ਤਾਂ ਕਹਿੰਦੇ ਹੁੰਦੇ ਆ ਕਿ ਹੈ ਤਾਂ ਕਿਸੇ ਦਾ ਨਿੱਜੀ ਜੀਵਨ ਆ, ਕੋਈ ਗੱਲ ਕਰਨੀ ਨਹੀਂ ਚਾਹੀਦੀ। ਸੀਤਾਫਲ ਤੇ ਚੀਕੂ ਦੀਆਂ ਜਿਹੜੀਆਂ ਵੀਡੀਓ ਰਿਲੀਜ਼ ਹੋਈਆਂ ਆ, ਇਹ ਵੀ ਪੰਜਾਬ ਦੀ ਕਾਂਗਰਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕਹਿ ਸਕਦੇ ਆ ਕਿ ਨਿਰਾਸ਼ਾਜਨਕ ਇਦਾਂ ਦੀਆਂ ਗੱਲਾਂ, ਕਿਉਂਕਿ ਦੇਸ਼ ਇਸ ਵੇਲੇ, ਪੰਜਾਬ ਇਸ ਵੇਲੇ ਬਿਮਾਰੀ ਨਾਲ ਜੂਝ ਰਿਹਾ ਆ। ਤੇ ਇੱਕ ਤੀਜਾ ਧੜਾ ਜਿਹੜਾ ਨਿੱਬਰ ਕੇ ਉਹ ਆ ਰਿਹਾ ਆ, ਇਹ ਰਵਨੀਤ ਬਿੱਟੂ ਵਾਲਾ, ਤੇ ਜਿਹੜਾ ਕਿ ਪੱਕੇ ਕਾਂਗਰਸੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ। ਇੱਕ ਚੌਥੇ ਧੜੇ ਦੀ ਹੋਰ ਵਿੱਚ ਉਪਜ ਹੋਣ ਦੇ ਆਸਾਰ ਦਿਸਦੇ ਆ, ਪਰ ਉਹ ਹਜੇ ਲੀਡਰਹੀਣ ਆ, ਲੀਡਰਲੈਸ ਆ। ਉਹ ਹੈਗਾ ਆ ਐਸਸੀ ਵਰਗ ਨੂੰ ਲੈ ਕੇ, ਜੇ ਚੰਨੀ ਆ ਜਾਂ ਰਾਜਕੁਮਾਰ ਬੇਰਕਾ ਆ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਕਹਿ ਰਹੇ ਆ ਕਿ ਸਾਡੀ ਇਸ ਵੇਲੇ ਬਰਾਬਰ ਦੀ ਪੰਜਾਬ ਦੇ ਵਿੱਚ ਐਸਸੀ ਆਬਾਦੀ ਆ, ਤੇ ਸਾਨੂੰ ਜਿਹੜਾ ਮਾਣ ਤਾਣ ਆ ਨਾ ਤਾਂ ਬਿਊਰੋਕਰੇਟ ਦੀ ਜਦੋਂ ਕੋਈ ਵੱਡੇ ਐਸਐਸਪੀ ਡੀਸੀ ਲੱਗਦੇ ਉਦੋਂ ਮਿਲਦਾ, ਤੇ ਨਾ ਸਾਨੂੰ ਕੈਬਨਿਟ ਦੇ ਵਿੱਚ ਕਹਿ ਸਕਦੇ ਕਿ ਇੱਕ ਖਾਸ ਬਰਾਦਰੀ ਦੇ ਮੰਤਰੀ ਜਿਹੜੇ ਜ਼ਿਆਦਾ ਲੈ ਰਹੇ ਜਾਂਦੇ, ਐਸਸੀ ਵਰਗ ਦੇ ਵਿੱਚੋਂ ਮੰਤਰੀ ਨਹੀਂ ਲੈ ਰਹੇ ਜਾਂਦੇ। ਹੁਣ ਇਹ 2 ਤੋਂ
ਤਿੰਨ ਧੜੇ ਹੋ ਗਏ, 3 ਤੋਂ 4 ਹੋਣ ਦੇ ਅਸਾਰ ਆ। ਪਰ ਇਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਕਾਸ਼ ਕਿਤੇ ਪੰਜਾਬ ਦੇ ਭਲੇ ਲਈ ਹੁੰਦੀਆਂ ਤੇ ਅੱਜ ਸਾਰੀ ਦੁਨੀਆ ਇਹਨਾਂ ਨੂੰ ਸਲੂਟ ਕਰਦੀ। ਹਾਂਜੀ ਸੋਨੀ ਬਿਲਕੁਲ ਸਾਹਿਬ, ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਇੱਕ ਬਹੁਤ ਵੱਡਾ ਚਿਹਰਾ ਜੋ ਪੰਜਾਬ ਦੇ ਵਿੱਚ ਜਿਸਨੇ ਇੱਕ ਬੜੀ ਵੱਡੀ ਪਾਰਟੀ ਲਾਂਚ ਕਰ ਲਈ ਸੀ ਕਦੇ, ਮਨਪ੍ਰੀਤ ਸਿੰਘ ਬਾਦਲ, ਉਹ ਬਿਲਕੁਲ ਚੁੱਪ ਬੈਠੇ ਨੇ। ਉਹਨਾਂ ਦਾ ਕੋਈ ਬਿਆਨ ਹੀ ਨਹੀਂ ਆ ਰਿਹਾ। ਜਿਵੇਂ ਪੰਜਾਬ ਦੀ ਇੰਨਾ ਕੁ ਸੁਣਿਆ ਸੀ ਵੀ ਭਾਈ ਮੈਂ ਹੁਣ ਖਜ਼ਾਨਾ ਮੰਤਰੀ ਨਹੀਂ ਬਣਨਾ ਚਾਹੁੰਦਾ, ਮੇਰੀ ਸੇਵਾ ਬਹੁਤ ਹੋ ਗਈ ਹੈ, ਇਸ ਤੋਂ ਬਾਅਦ ਤਾਂ ਬੋਲ ਹੀ ਨਹੀਂ ਰਹੇ ਉਹ ਤੱਕੜੀ ਦਾ ਕੁਲਦੀਪ ਜੀ ਪਾਸਾ ਦੇਖ ਰਿਹਾ ਵੀ ਕਿੱਧਰਲਾ ਪਾਸਾ ਭਾਰਾ ਹੋਊਗਾ, ਉਹਨੇ ਉੱਧਰ ਜਾਣਾ। ਠੀਕ ਹੈ ਜੀ। ਠੀਕ ਹੈ ਜੀ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਕੁਲਦੀਪ ਜੀ, ਬਿਲਗਾ ਜੀ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।